परम सम्मान ਦੇ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਰੋਜ਼ਾਨਾ ਐਸਐਮਸੀ ਗੁਰਮਤਿ ਕਲਾਸ ਯੂਐਸਏ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਅੱਜ ਅਸੀਂ ਜੋ ਵਿਸ਼ਾ ਸਾਡਾ ਲੜੀਵਾਰ ਚੱਲ ਰਿਹਾ ਹੈ, ਇਤਿਹਾਸਿਕ ਵਿਸ਼ਾ ਹੈ, ਸਿੱਖ ਰਾਜ ਕਿਵੇਂ ਬਣਿਆ। 5 ਲੈਕਚਰ ਉਹਦੇ ਅਸੀਂ ਪਹਿਲਾਂ ਸਰਵਣ ਕਰ ਚੁੱਕੇ ਹਾਂ। ਅੱਜ ਉਹਦਾ 6ਵਾਂ ਪਾਠ ਹੈ ਜੋ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਂਝਾ ਕਰ ਰਹੇ ਹਨ। ਬੇਨਤੀ ਕਰ ਰਹੇ ਹਾਂ ਵੀਰ ਜੀ, ਕਿਰਪਾ ਕਰੋ, ਸਿੱਖ ਰਾਜ ਕਿਵੇਂ ਬਣਿਆ, ਆਪ ਜੀ ਅਗਲਾ ਅਧਿਆਇ ਸਾਡੇ ਨਾਲ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ, ਅੱਜ ਦਾ ਵਿਸ਼ਾ ਸਿੱਖ ਰਾਜ ਕਿਵੇਂ ਬਣਿਆ, ਉਹਦੀ ਅਗਲੀ ਕੜੀ ਨੂੰ ਪੇਸ਼ ਕਰਨ ਦੀ ਆਪ ਜੀ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਇਹ ਸੱਚਾਈ ਹੈ ਕਿ ਸਿੱਖ ਰਾਜ ਨੂੰ ਬਣਾਉਣ ਦੇ ਵਿੱਚ ਸਿੰਘਾਂ ਨੇ ਆਪਣਾ ਲਹੂ ਡੋਲਿਆ ਔਰ ਅਸਹਿ ਤੇ ਕਹਿ ਕਸ਼ਟ ਜਿਹੜੇ ਹਨ ਉਹ ਸਹਾਰੇ ਹਨ। ਲੇਕਿਨ ਇੱਕ ਇਹ ਵੀ ਮਾਣ ਵਾਲੀ ਗੱਲ ਹੈ ਔਰ ਇਹ ਵੀ ਸੱਚਾਈ ਹੈ ਕਿ ਇਸ ਜਦੋਜਹਿਦ ਦੇ ਵਿੱਚ, ਇੱਕ ਸੰਘਰਸ਼ ਦੇ ਵਿੱਚ, ਕਿਸੇ ਵੀ ਸਿੱਖ ਨੇ ਮੁਗਲਾਂ ਦੀ ਜਿਹੜੀ ਹੈ ਉਹ ਈਨ ਨਹੀਂ ਮੰਨੀ। ਤੇ ਭਾਵੇਂ ਆਪਣੀ ਸ਼ਹਾਦਤ ਦੇਣੀ ਪਈ ਹੈ, ਸ਼ਹਾਦਤ ਨੂੰ ਉਹਨਾਂ ਨੇ ਤਰਜੀਹ ਦਿੱਤੀ ਹੈ, ਪ੍ਰੈਫਰੈਂਸ ਦਿੱਤੀ ਹੈ, ਤੇ ਆਪਣੇ ਆਪ ਇਰਾਦੇ ਤੇ ਪੱਕੇ ਹੋ ਗਏ ਕਿ ਦਾਵਾ ਪਾਤਸ਼ਾਹੀ, ਕਿ ਉਹਨਾਂ ਦਾ ਦਾਵਾ ਕੀ ਸੀ ਕਿ ਸਾਡਾ ਦਾਵਾ ਪਾਤਸ਼ਾਹੀ ਹੈ, ਕਿ ਅਸੀਂ ਪਾਤਸ਼ਾਹ ਬਣਨਾ ਹੈ। ਤੋ ਇਸ ਵਾਸਤੇ ਜਿਹੜੀਆਂ ਵੀ ਰੁਕਾਵਟਾਂ ਰਸਤੇ 'ਚ ਆਈਆਂ, ਜਿੰਨੇ ਵੀ ਜਿਹੜੇ ਹਨ ਉਹ ਤਸੀਹੇ ਉਹਨਾਂ ਨੂੰ ਝੱਲਣੇ ਪਏ, ਉਹਦੇ 'ਚ ਭਾਵੇਂ ਘੱਲੂਘਾਰੇ ਹੋਏ ਤੇ ਉਹਦੇ 'ਚ ਵੀ ਬੇਅੰਤ ਸ਼ਹੀਦੀਆਂ ਹੋਈਆਂ, ਔਰ ਇਹਨਾਂ ਸਾਰਿਆਂ ਨੂੰ ਹੱਸ ਕੇ ਚੜ੍ਹਦੀ ਕਲਾ ਵਿੱਚ ਰਹਿ ਕਰਕੇ ਸਿੰਘਾਂ ਨੇ ਇਸ ਨੂੰ ਜਿਹੜਾ ਹੈ ਨੇਪਰੇ ਚਾੜਿਆ। ਤੇ ਇਹ ਇੱਕ ਐਸੀ ਦਾਸਤਾਨ ਹੈ ਕਿ ਜਿਹਦੇ ਤੇ ਹਰ ਸਿੱਖ ਨੂੰ ਮਾਣ ਹੁੰਦਾ ਹੈ। ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਸ਼ਹਾਦਤਾਂ ਨੂੰ ਦੇਖ ਕੇ, ਇਸ ਜਦੋਜਹਿਦ ਨੂੰ ਦੇਖ ਕਰਕੇ ਹਰ ਸਿੱਖ ਦਾ ਸੀਨਾ ਜਿਹੜਾ ਹੈ ਉਹ ਮਾਣ ਨਾਲ ਔਰ ਚੌੜਾ ਹੋ ਜਾਂਦਾ ਹੈ ਕਿ ਅਸੀਂ ਇਸ ਕੌਮ ਦੇ ਬਸ਼ਿੰਦੇ ਹਾਂ। ਸਾਡੇ ਬਜ਼ੁਰਗ ਇਹੋ ਜਿਹੇ ਹੁੰਦੇ ਸਨ, ਸਾਡੇ ਬਜ਼ੁਰਗ ਇੰਨੀ ਕਰਨੀ ਵਾਲੇ, ਇੰਨੀ ਦ੍ਰਿੜਤਾ ਵਾਲੇ ਸਨ, ਇੰਨੇ ਬਹਾਦਰ ਸਨ। ਤੇ ਸਾਡੇ ਅੰਦਰ ਵੀ ਇੱਕ ਚਿਣਕ ਜਿਹੀ ਜਿਹੜੀ ਹੈ ਉਹ ਚੁਣਚੁਣਾਹਟ ਜੀ ਸਾਡੇ ਸਰੀਰ ਦੇ ਅੰਦਰ ਆਉਂਦੀ ਹੈ ਕਿ ਅਸੀਂ ਵੀ ਆਪਣਾ ਜਿਹੜਾ ਹੈ ਆਪਣੇ ਮਨ ਦਾ ਐਸੀ ਸੰਕਲਪ ਕਰੀਏ ਕਿ ਸਾਨੂੰ ਵੀ ਅਗਰ ਕੌਮ ਦੇ ਉੱਪਰ ਜੂਝਣ ਦੀ ਲੋੜ ਪਵੇ ਤਾਂ ਅਸੀਂ ਵੀ ਜੂਝਣ ਵਾਸਤੇ ਤਿਆਰ ਰਹੀਏ। ਇਹ ਬਾਣੀਆਂ ਕਹਾਣੀਆਂ ਸੁਣਾਉਣ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਕਹਾਣੀਆਂ ਹਨ ਉਹਨਾਂ ਦੇ ਜੀਵਨ ਨੂੰ ਅਸੀਂ ਬਾਰ-ਬਾਰ ਰਿਪੀਟ ਕਰੀਏ ਚੰਗੇ ਪੁੱਤਰ ਬਣ ਕੇ, ਤਾਂ ਕਿ ਇਹ ਸਾਡਾ ਸੰਘਰਸ਼ ਜਿਹੜਾ ਹੈ ਇਹ ਦੁਨੀਆ ਦੇ ਵਿੱਚ ਹਮੇਸ਼ਾ ਅਮਰ ਰਹੇ ਔਰ ਇਸ ਤੋਂ ਅਸੀਂ ਪ੍ਰੇਰਣਾ ਲੈਂਦੇ ਰਹੀਏ। ਇਸ ਕਰਕੇ ਇਸ ਨੂੰ ਅਸੀਂ ਰਿਪੀਟ ਕਰਦੇ ਹਾਂ ਔਰ ਇਸ ਨੂੰ ਬਾਰ-ਬਾਰ ਸਾਨੂੰ ਸੁਣਨ ਤੇ ਵੀ ਮਨ ਕਰਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਦਾਸਤਾਨ ਨੂੰ ਸੁਣੀਏ। ਤੋਂ ਪਿਛਲੀ ਵਾਰੀ ਵੀ ਸਾਰੇ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਹਨ ਕਿ ਕਿਸ ਤਰ੍ਹਾਂ ਸਿੰਘ ਜਿਹੜੇ ਹਨ ਉਹ ਹਮੇਸ਼ਾ ਹੀ ਅੜੇ ਰਹੇ ਹਨ। ਮੈਂ ਅੱਜ ਜਿਹੜੀ ਗੱਲ ਆਪ ਜੀ ਦੇ ਨਾਲ ਕਰ ਰਿਹਾ ਉਹ ਗੱਲ ਹੈ ਕਿ ਜਿਹੜੀ 1748 ਦੀ ਜਿਹੜੀ ਜੰਗ ਹੈ ਉਸ ਦੀ ਗੱਲ ਕਰ ਰਿਹਾ। ਇਹ ਮੀਰ ਮਨੂੰ ਜਿਸ ਵੇਲੇ ਬਾਕੀ ਹੱਲਿਆਂ ਤੋਂ ਜਿਹੜਾ ਉਸ ਦਾ ਧਿਆਨ ਜਿਹੜਾ ਹਟਿਆ, ਥੋੜਾ ਜਿਹਾ ਉਹਨੂੰ ਸੁੱਖ ਆਰਾਮ ਆਇਆ, ਤੇ ਭਾਵੇਂ ਕਿ ਸਿੱਖਾਂ ਨੇ ਅਦੀਨਾ ਬੇਗ ਦੇ ਇਲਾਕੇ ਵਿੱਚ ਕੋਈ ਗੜਬੜ ਨਾ ਕੀਤੀ ਤੇ ਨਾ ਹੀ ਜਿਹੜੇ ਉਸ ਵੇਲੇ
ਮਗਰਲੇ ਸਿੱਖ ਸਨ ਉਹਨਾਂ ਵਿਰੁੱਧ ਹੀ ਕੋਈ ਕਾਰਵਾਈ ਕਰਨ ਦੀ ਲੋੜ ਹੀ ਸਮਝੀ ਗਈ। ਪਰ ਪਿੱਛੋਂ ਮੀਰ ਮਨੂੰ ਦਾ ਸਖਤ ਹੁਕਮ ਆ ਗਿਆ ਕਿ ਸਿੱਖਾਂ ਨੂੰ ਅਸਲੋਂ ਖਤਮ ਕਰ ਦਿਓ। ਇਹ ਕਈ ਵਾਰੀ ਹੁਕਮ ਆਏ ਤੇ ਕਈ ਵਾਰੀ ਸਿੰਘਾਂ ਨੇ ਇਹਦਾ ਮੁਕਾਬਲਾ ਕੀਤਾ ਤੇ ਹਰ ਵਾਰੀ ਸਿੰਘ ਹੀ ਜਿਹੜੇ ਹਨ ਉਹ ਫਤਿਹ ਉਹਨਾਂ ਨੇ ਪ੍ਰਾਪਤ ਹੋਈ। ਤੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਉਹ ਆਪ ਖਤਮ ਹੋ ਗਏ। ਸਿੰਘਾਂ ਨੂੰ ਖਤਮ ਕਰਨ ਵਾਲਾ ਸਿਰਫ ਇੱਕ ਜਨੂਨ ਹੈ। ਕੋਈ ਜ਼ੁਲਮ, ਕੋਈ ਸਿਤਮ ਸਾਨੂੰ ਮੁਕਾ ਸਕਦਾ ਨਹੀਂ, ਸਾਨੂੰ ਝੁਕਾ ਸਕਦਾ ਨਹੀਂ, ਕਿਉਂਕਿ ਅਜੇ ਵੀ ਸਾਡੀਆਂ ਰਗਾਂ ਵਿੱਚ ਗੁਰੂ ਕਲਗੀਧਰ ਦਾ ਖੂਨ ਹੈ। ਜਦ ਤੱਕ ਸਾਡੇ ਅੰਦਰ ਵਿਪਰਨ ਦੀ ਰੀਤ ਨਹੀਂ ਆਏਗੀ, ਸਾਡੇ ਅੰਦਰ ਇਹ ਗੁਰੂ ਕਲਗੀਧਰ ਦਾ ਖੂਨ ਜਿਹੜਾ ਹੈ ਸਾਡੇ ਅੰਦਰ ਅਣਖ ਜਿਹੜੀ ਹੈ ਉਸ ਨੂੰ ਜਾਗਤ ਰੱਖੇਗਾ। ਤੇ ਇਸ ਤਰ੍ਹਾਂ ਦੇ ਕਈ ਜਿਹੜੀਆਂ ਔਖੇ ਪੈਂਡੇ ਆਏ ਹਨ ਉਹਨਾਂ ਦੇ ਵਿੱਚੋਂ ਸਿੰਘ ਜਿਹੜੇ ਹਨ ਉਹ ਨਿਕਲਦੇ ਰਹੇ ਹਨ ਔਰ ਅੱਗੋਂ ਵੀ ਨਿਕਲਦੇ ਰਹਿਣਗੇ। ਤੋ ਇਹ ਮੀਰ ਮਨੂ ਨੇ ਇਹ ਸਖਤ ਹੁਕਮ ਭੇਜਿਆ ਕਿ ਸਿੱਖਾਂ ਨੂੰ ਅਸਲੋਂ ਖਤਮ ਕਰ ਦਿਓ। ਸਿੱਖ ਜਿਸ ਵੇਲੇ ਇਹ ਹੁਕਮ ਹੋਇਆ ਤਾਂ ਸਿੱਖ ਉਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਇਕੱਠੇ ਹੋਏ ਹੋਏ ਸਨ। ਅਦੀਨਾ ਬੇਗ ਬੜੀ ਭਾਰੀ ਫੌਜ ਲੈ ਕੇ ਅਮਨ ਨਾਲ ਬੈਠੇ ਸਿੱਖਾਂ ਉੱਤੇ ਜਾ ਪਿਆ। ਦੋਹਾਂ ਧਿਰਾਂ ਦੀ ਜਿਹੜੀ ਹੈ ਉਹ ਬੜੀ ਜ਼ਬਰਦਸਤ ਜਿਹੜੀ ਹੈ ਲੜਾਈ ਹੋਈ। ਦੋਹਾਂ ਸਾਈਡਾਂ ਤੋਂ ਕਾਫੀ ਜਿਹੜੇ ਹਨ ਉਹ ਜਿਹੜੇ ਹਨ, ਜਿਹੜੇ ਇਸ ਪਾਸਿਓਂ ਸਿੰਘ ਸ਼ਹੀਦ ਹੋਏ ਤੇ ਦੂਸਰੇ ਪਾਸਿਓਂ ਜਿਹੜੇ ਹਨ ਉਹ ਮੁਗਲ ਸ਼ਹੀਦ ਹੋਏ। ਸਿੰਘ ਇੱਥੋਂ ਮਾਲਵੇ ਨੂੰ ਚਲੇ ਗਏ ਤੇ ਅਦੀਨਾ ਬੇਗ ਮੁੜ ਵਾਪਸ ਜਿਹੜਾ ਹੈ ਉਹ ਚਲਾ ਗਿਆ। ਸੋ ਇਹ ਜਿਸ ਘਟਨਾ ਦੀ ਮੈਂ ਗੱਲ ਕਰ ਰਿਹਾ ਇਹ ਜੂਨ 1748 ਈਸਵੀ ਦੀ ਹੈ। ਉਵੇਂ ਹੀ ਅਦੀਨਾ ਬੇਗ ਨੇ ਦੇਖਿਆ ਕਿ ਇਹ ਜਿਹੜੇ ਸਿੱਖ ਹਨ ਇਹਨਾਂ ਦੇ ਨਾਲ ਸੁਲ੍ਹਾ ਕਰਨ ਵਾਲੀ ਕੋਈ ਗੱਲ ਬਣਨੀ ਹੈ। ਤੇ ਇਹ ਚਾਲ ਪਹਿਲੇ ਵੀ ਚੱਲੀ ਹੈ। ਜਿਸ ਵੇਲੇ ਨਵਾਬ ਕਪੂਰ ਸਿੰਘ ਨੂੰ ਜਿਹੜੀ ਹੈ ਉਹਨਾਂ ਨੇ ਜਿਹੜੀ ਨਵਾਬੀ ਬਖਸ਼ੀ ਤੋ ਇਹ ਅੰਦਰ ਖਾਤੇ ਹੀ ਵਾਸ ਹੈਵਿੰਗ ਸੌਫਟ ਕਾਰਨਰ ਫਾਰ ਸਿੱਖਸ। ਸਿੱਖਾਂ ਦੇ ਬਾਰੇ ਇਹਦਾ ਆਪਣਾ ਜਿਹੜਾ ਰਵੱਈਆ ਸੀ ਉਹ ਥੋੜਾ ਜਿਹਾ ਨਰਮ ਸੀ। ਤੋ ਇਹਨੇ ਫਿਰ ਉਹਨਾਂ ਨਾਲ ਜਿਹੜੀ ਹੈ ਉਹ ਸੁਲ੍ਹਾ ਕਰ ਲਈ। ਇਸ ਸੁਲ੍ਹਾ ਦਾ ਜਿਹੜਾ ਜ਼ਿਕਰ ਹੈ ਉਹ ਮੈਲਕਮ ਨੇ ਪੰਨਾ ਬਾਨੇ ਦੇ ਉੱਪਰ, ਸਿੱਖ ਇਤਿਹਾਸ ਗੁਪਤਾ ਨੇ ਹਿੱਸਾ ਪਹਿਲਾ ਪੰਨਾ 59 ਦੇ ਉੱਪਰ ਲਿਖਿਆ ਹੈ। ਤੇ ਉਹਨਾਂ ਲਿਖਿਆ ਕਿ ਇਸ ਜੰਗ ਦੇ ਅੰਦਰ 600 ਸਿੰਘ ਜਿਹੜੇ ਹਨ ਉਹ ਕਤਲ ਹੋਏ ਹਨ। ਤੋ ਇਸ ਸੁਲ੍ਹਾ ਦਾ ਜਿਹੜੀ ਗੱਲ ਹੈ ਉਹਦੇ ਵਿੱਚ ਸੁਲ੍ਹਾ ਦੇ ਨਾਲ ਅਦੀਨਾ ਬੇਗ ਨੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਕੁਝ ਮੇਰੇ ਨੌਕਰੀ ਦੇ ਵਿੱਚ ਆ ਜਾਓ। ਤੇ ਉੱਥੇ ਇੱਕ ਗੱਲ ਬੜੀ ਸਮਝਣ ਵਾਲੀ ਹੈ ਕਿ ਜੱਸਾ ਸਿੰਘ ਜਿਹਦਾ ਇੱਛੋ ਗਿਲਿਆ, ਜਿਹਦਾ ਬਾਅਦ ਵਿੱਚ ਰਾਮਗੜੀਆ ਨਾਂ ਪਿਆ ਰਾਮ ਰੌਣੀ ਕਿਲੇ ਤੇ ਕਰਕੇ, ਉਸਦੇ 3 ਭਰਾਵਾਂ ਨੇ ਜੈ ਸਿੰਘ, ਖੁਸ਼ਹਾਲ ਸਿੰਘ ਤੇ ਮਾਲੀ ਸਿੰਘ। ਇਹਨਾਂ ਨੇ ਕੁਝ ਹੋਰ ਸਾਥੀਆਂ ਸਣੇ ਅਦੀਨਾ ਬੇਗ ਦੇ ਕੋਲ ਇਹ ਨੌਕਰੀ ਕਰ ਲਈ। ਪਰ ਇਹਨਾਂ ਦਾ 5ਵਾਂ ਭਰਾ ਤਾਰਾ ਸਿੰਘ ਜਿਹੜਾ ਹੈ ਉਹ ਨੌਕਰ ਨਾ ਹੋਇਆ ਤੇ ਉਹ ਦਲ ਖਾਲਸਾ ਦੇ ਨਾਲ ਆ ਕੇ ਰਲ ਗਿਆ। ਜੱਸਾ ਸਿੰਘ ਦੇ ਬਾਰੇ ਆਮ ਤੌਰ ਦੇ ਉੱਪਰ ਇਹ ਵੀ ਸਾਡੇ ਵੀ ਕਈ ਵਾਰੀ ਸਵਾਲ ਆਉਂਦੇ ਹਨ ਕਿ ਉਹਨਾਂ ਦੇ ਨਾਂ ਦੇ ਨਾਲ ਜੱਸਾ ਸਿੰਘ ਰਾਮਗੜੀਆ ਕਿਉਂ ਲਿਖਿਆ ਜਾਂਦਾ ਹੈ। ਕੀ ਇਹ ਜਾਤ ਹੈ ਤੇ ਕੀ ਇਹ ਬਰਾਦਰੀ ਹੈ? ਤੋ ਇਸ ਦਾ ਕਈ ਵਾਰੀ ਇਸ ਪਲੇਟਫਾਰਮ ਤੋਂ ਜਿਹੜਾ ਹੈ ਮਾਕੂਲ ਜਵਾਬ ਦਿੱਤਾ ਗਿਆ ਹੈ। ਤੇ ਅੱਜ ਫਿਰ ਉਸ ਗੱਲ ਨੂੰ ਮੈਂ ਦੁਹਰਾਉਣਾ ਵਾਂ ਕਿ ਜੱਸਾ ਸਿੰਘ ਦੇ ਜਿਹੜੇ ਬਜ਼ੁਰਗ ਸਨ ਉਹ ਪਿੰਡ ਸੂਰ ਸਿੰਘ ਵਾਲੇ ਦੇ ਰਹਿਣ ਵਾਲੇ ਸਨ। ਜੱਸਾ ਸਿੰਘ ਦੇ ਪਿਤਾ ਜੀ ਸਰਦਾਰ ਭਗਵਾਨ ਸਿੰਘ ਸੂਰ ਸਿੰਘ ਪਿੰਡ ਛੱਡ ਕੇ ਪਿੰਡ ਇੱਛੋਗਿੱਲ ਦੇ ਜਾ ਵਸੇ ਸਨ। ਸੋ ਰਾਮਗੜ੍ਹ ਬਣਨ ਤੋਂ ਪਹਿਲੇ ਇਸ ਨੂੰ ਜੱਸਾ ਸਿੰਘ ਇੱਛੋਗਿੱਲਿਆ ਹੀ ਆਖਦੇ ਸਨ ਤੇ ਪਿੱਛੋਂ ਇਸ ਦੀ ਅੱਲ ਜਿਹੜੀ ਹੈ ਉਹ ਰਾਮਗੜੀਆ ਪੈ ਗਈ ਰਾਮ ਰੌਣੀ ਕਿਲੇ ਦੇ ਕਰਕੇ। ਇਸ ਗੱਲ ਦਾ ਜ਼ਿਕਰ ਜਿਹੜਾ ਹੈ ਪੰਜਾਬ ਚੀਫਸ ਐਂਡ ਫੈਮਲੀਜ਼ ਆਫ ਨੋਟ ਇਨ ਦਾ ਪੰਜਾਬ ਬਾਈ ਸਰ ਲੈਪਲ ਐਚ ਗ੍ਰਿਫਨ ਔਰ ਕਰਨਲ ਮੈਸੀ ਨੇ ਜਿਹੜਾ ਲਿਖਿਆ ਹੈ, ਔਰ ਇਸ ਦਾ ਉਰਦੂ ਵਿੱਚ ਟ੍ਰਾਂਸਲੇਸ਼ਨ ਸੈਯਦ ਨਿਵਾਜ਼ਿਸ਼ ਅਲੀ ਨੇ 1911 ਵਿੱਚ ਕੀਤਾ, ਹਿੱਸਾ ਪਹਿਲਾ ਦੇ ਪੰਨਾ 715 ਦੇ ਉੱਪਰ। ਇਸੇ ਦਾ ਜ਼ਿਕਰ ਹੀ ਡਾਕਟਰ ਗੰਡਾ ਸਿੰਘ ਨੇ ਕੌੜਾ ਮਲ ਪੰਨਾ 54 ਉੱਪਰ ਵੀ ਕੀਤਾ ਹੈ। ਤੋ ਆਓ ਅੱਗੇ ਚੱਲੀਏ ਕਿ 2 ਕੁ ਮਹੀਨੇ ਮੀਂਹ ਦੇ ਜਿਹੜੇ ਜ਼ੋਰ ਕਰਕੇ ਸਾਰੇ ਦੇਸ਼ ਵਿੱਚ ਚੁੱਪ ਵਰਤੀ ਰਹੀ ਕਿ ਕੋਈ ਜ਼ਿਆਦਾ ਹਲਚਲ ਨਹੀਂ ਹੋਈ। ਅਕਤੂਬਰ ਵਿੱਚ ਸਿੰਘ ਦੀਵਾਲੀ ਉੱਤੇ ਫਿਰ ਅੰਮ੍ਰਿਤਸਰ ਇਕੱਠੇ ਹੋਏ। ਦਰਬਾਰ ਸਾਹਿਬ ਦਾ ਪਾਠ ਕੀਰਤਨ ਹੋਏ ਤੇ ਉੱਥੇ ਖੁਸ਼ੀ ਮਨਾਈ ਗਈ, ਦੀਪਮਾਲਾ ਕੀਤੀ ਗਈ। ਮੀਰ ਮਨੂੰ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹਨੇ ਅਦੀਨਾ ਬੇਗ ਨੂੰ ਲਿਖਿਆ ਕਿ ਤੂੰ ਸਿੱਖਾਂ ਨੂੰ ਖਤਮ ਕਰਨਾ ਸੀ
ਤੇ ਸਿੱਖਾਂ ਨੂੰ ਘੇਰਾ ਪਾ ਕੇ ਇਹਨਾਂ ਨੂੰ ਹੁਣ ਖਤਮ ਕਰ ਰਹੇ। ਇਹ ਅੰਮ੍ਰਿਤਸਰ ਆਏ ਹੋਏ ਹਨ। ਹੁਣ ਹੁਕਮ ਸੁਣਦੇ ਸਾਰ ਅਦੀਨਾ ਬੇਗ ਤੇ ਉਸ ਦਾ ਨਾਇਬ ਸਦੀਕ ਬੇਗ ਖਾਂ ਜਲੰਧਰੋਂ ਚੜੇ। ਬਹੁਤ ਸਾਰੀ ਫੌਜ ਸਣੇ ਮੀਰ ਮਨੂ ਦੇ ਅਫਸਰੋਂ ਲਾਹੌਰੋਂ ਵੀ ਆਏ। ਉਹਨਾਂ ਆ ਕੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। 500 ਸਿੰਘ ਇਸ ਕੱਚੇ ਕਿਲੇ ਰਾਮ ਰੌਣੀ ਦੇ ਅੰਦਰ, ਜਿਹਦਾ ਬਾਅਦ ਵਿੱਚ ਨਾਂ ਰਾਮਗੜ੍ਹ ਵੀ ਪਿਆ, ਉੱਥੇ ਜਿਹੜੇ ਹਨ ਅੰਦਰ ਸਨ। ਕਿਉਂਕਿ ਇੱਥੇ ਉਸ ਕਿਲੇ ਦੇ ਅੰਦਰ ਸਿਰਫ ਇੰਨੇ ਹੋਈ ਜਿਹੜੇ 500 ਦੇ ਕਰੀਬ ਸਿੰਘ ਹੀ ਜਿਹੜੇ ਸਨ ਉਹ ਆ ਸਕਦੇ ਸਨ, ਤੇ ਬਾਕੀ ਜਿਹੜੇ ਸਿੰਘ ਸਨ ਉਹ ਨੇੜੇ ਦੇ ਜੰਗਲਾਂ ਵਿੱਚ ਵੜੇ ਹੋਏ ਸਨ। ਦੋਹਾਂ ਪਾਸਿਆਂ ਤੋਂ ਲੜਾਈ ਆਰੰਭ ਹੋ ਗਈ। ਰਾਮ ਰੌਣੀ ਵਿੱਚ 500 ਸਿੰਘ ਹੀ ਸਨ, ਪਰ ਉਹਨਾਂ ਦੇ ਟਾਕਰੇ ਉੱਤੇ ਬਾਹਰ ਹਜ਼ਾਰਾਂ ਦੁਸ਼ਮਣ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਕਿ ਸਿੰਘਾਂ ਦੇ ਉੱਪਰ ਹਮੇਸ਼ਾ ਹੀ, ਕਦੀ ਉਹ ਜ਼ਿਆਦਾ ਗਿਣਤੀ ਵਿੱਚ ਨਹੀਂ ਹੋਣ ਕਿ ਉਹ ਹਮੇਸ਼ਾ ਹੀ ਇਹ ਗੁਰੀਲਾ ਵਾਰ ਕਰਕੇ ਹੀ ਦੁਸ਼ਮਣਾਂ ਦੇ ਉੱਪਰ ਫਤਿਹ ਪ੍ਰਾਪਤ ਕਰਦੇ ਰਹੇ ਹਨ, ਭਾਵੇਂ ਉਹ ਅਬਦਾਲੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਤੋਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਔਰ ਲੱਖਾਂ ਦੀ ਗਿਣਤੀ ਦੇ ਅੰਦਰ ਸਿੰਘ ਜਿਹੜੇ ਉਹ ਆਏ, ਸਿੰਘਾਂ ਦੇ ਉੱਤੇ ਹਮਲੇ ਹੋਏ, ਉਹਨਾਂ ਨੂੰ ਘੇਰਾ ਪਾਇਆ ਗਿਆ। ਰੋਜ਼ ਅੱਗ ਦਾ ਮੀਂਹ ਵਸਣ ਲੱਗਾ। ਕਦੇ ਕਦਾਈ ਸਿੰਘ ਗੜੀ ਵਿੱਚੋਂ ਬਾਹਰ ਨਿਕਲਦੇ ਤੇ ਦੋ ਦੋ ਹੱਥ ਕਰਕੇ ਵੈਰੀ ਨੂੰ ਭਾਜੜਾ ਪਾ ਕੇ ਥੋੜਾ ਬਹੁਤਾ ਸਮਾਨ ਖੋ ਕੇ ਫਿਰ ਅੰਦਰ ਜਾ ਵੜਦੇ। ਕਦੇ ਕੋਈ ਸਿੰਘਾਂ ਦਾ ਜਥਾ ਬਾਹਰ ਜੰਗਲ ਵਿੱਚੋਂ ਆ ਪੈਂਦਾ ਤੇ ਲੱਗਦਾ ਸੀ ਚਾਰਾ ਲੈ ਕੇ ਫਿਰ ਅੰਦਰ ਫਿਰ ਵੜ ਜਾਂਦੇ। ਇਹ ਘੇਰਾ 2 ਮਹੀਨੇ ਰਿਹਾ। ਅੰਦਰੋਂ ਦਾਣਾ ਪੱਠਾ ਮੁੱਕ ਗਿਆ। ਸਿੰਘਾਂ ਦੇ ਘੋੜੇ ਭੁੱਖੇ ਹੋਣ ਲੱਗ ਪਏ। ਇਹਨਾਂ ਰੋਜ਼ ਦੀਆਂ ਮੁੱਠ ਭੇੜਾਂ ਵਿੱਚ ਅੰਦਰਲੇ 200 ਸਿੰਘ ਸ਼ਹੀਦੀ ਪਾ ਚੁੱਕੇ ਸਨ, ਤੇ ਬਾਕੀਆਂ ਨੇ ਇੱਕ ਦਿਨ ਆਖਰੀ ਲੜਾਈ ਕਰਕੇ ਸ਼ਹੀਦੀ ਪਾਉਣ ਦਾ ਮਤਾ ਪਕਾ ਲਿਆ ਕਿ ਹੁਣ ਅਸੀਂ ਅੰਦਰ ਜਿਹੜੇ ਹਾਂ ਅਸੀਂ ਸ਼ਹੀਦੀ ਪ੍ਰਾਪਤ ਕਰਨੀ ਹੈ ਔਰ ਲੜ ਕੇ ਕਰਨੀ ਹੈ। ਮੰਨੂ ਦੀਆਂ ਫੌਜਾਂ ਵਿੱਚ ਕੌੜਾ ਮੱਲ ਵੀ ਹੈਗਾ ਸੀ, ਜੋ ਗੁਰੂ ਕਾ ਇੱਕ ਸਿੱਖ ਸੀ, ਸ਼ਰਧਾਲੂ ਸੀ। ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਵੀ ਪਿੱਛੋਂ ਗਿਲਿਆ ਸੀ। ਉਹ ਆਪਣੇ 100 ਸਿਪਾਹੀਆਂ ਸਣੇ ਸੀ। ਉਸ ਦੀ ਇਸਤਰੀ ਨੇ, ਕਿਹਾ ਜਾਂਦਾ ਹੈ ਇਤਿਹਾਸ ਦੇ ਅੰਦਰ, ਕਿ ਆਪਣੀ ਲੜਕੀ ਜਿਹੜੀ ਹੈ ਉਸ ਦਾ ਕਤਲ ਕਰ ਦਿੱਤਾ ਸੀ ਤੇ ਪੰਥ ਨੇ ਉਸ ਨੂੰ ਛੇਕ ਦਿੱਤਾ ਸੀ। ਉਹ ਅਦੀਨਾ ਬੇਗ ਕੋਲ ਨੌਕਰ ਜਾ ਹੋਇਆ। ਇੱਕ ਦਿਨ ਗੜੀ ਵਿਚਲੇ ਸਿੰਘਾਂ ਵਿੱਚੋਂ ਇੱਕ ਸਿੰਘ ਭੇਸ ਬਦਲ ਕੇ ਅਦੀਨਾ ਬੇਗ ਦੀ ਸੂਹ ਕੱਢਣ ਵਾਸਤੇ ਉਸ ਦੀ ਫੌਜ ਵਿੱਚ ਆਇਆ, ਤਾਂ ਉਸਨੇ ਜੱਸਾ ਸਿੰਘ ਦੇ ਉਸਦੇ ਸਾਥੀਆਂ ਨੂੰ ਵੀ ਉੱਥੇ ਵੇਖਿਆ ਤੇ ਸਿੰਘ ਨੇ ਕਿਹਾ, ਇਹ ਬੋਲ ਆਪ ਜੀ ਦੇ ਬੜੇ ਧਿਆਨ ਦੇਣ ਯੋਗ ਹਨ। ਸਿੰਘ ਨੇ ਕਿਹਾ, ਅੱਛਾ ਤੁਸੀਂ ਹੋ ਰਾਮ ਰੌਣੀ ਦੇ ਸਿੰਘਾਂ ਦੇ ਕਾਤਲ। ਇਹ ਸੁਣ ਕੇ ਜੱਸਾ ਸਿੰਘ ਤੇ ਉਹਦੇ ਸਾਥੀਆਂ ਦੇ ਨੇਤਰ ਭਰ ਆਏ। ਉਹਨਾਂ ਬੜੇ ਤਰਲੇ ਨਾਲ ਕਿਹਾ ਕਿ ਜਿਵੇਂ ਜਾਨੋ ਪੰਥ ਸਾਨੂੰ ਵਿਛੜਿਆਂ ਨੂੰ ਮਿਲਾ ਲਵੇ। ਅੱਗੋਂ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਸਾਰੇ ਕੱਲ ਨੂੰ ਸ਼ਹੀਦੀ ਪਾ ਜਾਵਾਂਗੇ। ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿੱਚ ਹਿੱਸੇਦਾਰ ਬਣਨਾ ਚਾਹੋ ਤਾਂ ਇਹਦਾ ਫਲ ਤੁਹਾਨੂੰ ਗੁਰੂ ਮਹਾਰਾਜ ਜ਼ਰੂਰ ਦੇਣਗੇ। ਇਹ ਸੁਣ ਕੇ ਸਾਰੇ ਸਿੰਘ ਸ਼ਹੀਦੀ ਵਾਸਤੇ ਤਿਆਰ ਹੋਏ ਬੈਠੇ ਨੇ। ਜੱਸਾ ਸਿੰਘ ਦੇ ਦਿਲ ਤੇ ਬੜੀ ਭਾਰੀ ਸੱਟ ਵੱਜੀ। ਉਹਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ ਕੇ ਗੜੀ ਦੇ ਅੰਦਰ ਭੇਜੀ ਕਿ ਪੰਥ ਮੇਰੀ ਭੁੱਲ ਬਖਸ਼ ਲਵੇ ਤਾਂ ਮੈਂ ਵੈਰੀ ਦਾ ਸਾਥ ਛੱਡ ਕੇ ਅੰਦਰ ਆਉਣ ਨੂੰ ਤਿਆਰ ਹਾਂ। ਸਿੰਘਾਂ ਨੇ ਅੰਦਰੋਂ ਤੀਰ ਨਾਲ ਹੀ ਬੰਨ ਕੇ ਉੱਤਰ ਘੱਲਿਆ। ਇਹ ਉੱਤਰ ਵੀ ਬੜਾ ਜਿਹੜਾ ਇੰਪੋਰਟੈਂਟ ਹੈ, ਇਹਨੂੰ ਵੀ ਧਿਆਨ ਦੇਣ ਦੀ ਲੋੜ ਹੈ। ਉਹ ਉੱਤਰ ਵਿੱਚ ਉਹਨਾਂ ਲਿਖਿਆ, ਗੁਰੂ ਬਖਸ਼ਣਹਾਰ ਹੈ, ਤੂੰ ਚਾਹੇ ਤਾਂ ਇਸ ਵੇਲੇ ਪੰਥ ਦੀ ਸ਼ਰਨ ਆ ਸਕਦਾ ਹੈ। ਰਾਤੋਂ ਰਾਤ ਜੱਸਾ ਸਿੰਘ ਸਣੇ ਆਪਣੇ ਸਾਥੀਆਂ ਦੇ ਰਾਮ ਰੌਣੀ ਦੇ ਅੰਦਰ ਜਾ ਵੜਿਆ। ਉਹ ਆਪਣੇ ਨਾਲ ਕੁਝ ਖੁਰਾਕ ਤੇ ਜੰਗ ਦਾ ਸਮਾਨ ਵੀ ਲੈ ਗਿਆ। ਅੰਦਰਲੇ ਸਿੰਘਾਂ ਨੂੰ ਹੌਸਲਾ ਹੋ ਗਿਆ ਤੇ ਉਹ ਕੁਝ ਸਮਾਂ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ। ਸਰਦਾਰ ਜੱਸਾ ਸਿੰਘ ਨੇ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਕੋਈ ਚਾਰਾ ਕਰੇ ਤਾਂ ਅੰਦਰਲੇ 300 ਸਿੰਘਾਂ ਦੀ ਜਾਨ ਬਚ ਸਕਦੀ ਹੈ। ਐਨ ਉਸ ਵੇਲੇ ਖਬਰਾਂ ਪਹੁੰਚੀਆਂ ਕਿ ਅਬਦਾਲੀ ਚੜਿਆ ਆ ਰਿਹਾ ਹੈ, ਤੇ ਨਾਲ ਹੀ ਦਿੱਲੀ ਵੱਲੋਂ ਖਬਰ ਮਿਲੀ ਕਿ ਸਫਦਰ ਜੰਗ ਸ਼ਾਹ ਨਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਭੇਜ ਰਿਹਾ ਹੈ। ਇਹਨਾਂ ਖਬਰਾਂ ਦੀ ਰੋਸ਼ਨੀ ਵਿੱਚ ਕੌੜਾ ਮੱਲ ਨੇ ਮੀਰ ਮਨੂ ਨੂੰ ਕਿਹਾ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੰਘਾਂ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਜਿਹੜਾ ਅਬਦਾਲੀ ਹੈ ਉਹਨਾਂ ਨਾਲ ਲੜਨ ਵੇਲੇ ਇਹਨਾਂ ਦੀ ਮਦਦ ਸਾਨੂੰ ਮਿਲ ਸਕਦੀ ਹੈ।
ਇਸ ਗੱਲ ਦਾ ਜ਼ਿਕਰ ਭੰਗੂ ਰਤਨ ਸਿੰਘ ਭੰਗੂ ਨੇ ਪੰਨਾ 314-15 ਤੇ ਕੀਤਾ ਹੈ, ਔਰ ਕਨਿੰਗਮ ਨੇ ਵੀ ਪੰਨਾ 95 ਦੇ ਉੱਪਰ ਇਸ ਦਾ ਜ਼ਿਕਰ ਕੀਤਾ ਹੈ ਆਪਣੀ ਕਿਤਾਬ ਵਿੱਚ। ਮੀਰ ਮਨੂ ਨੂੰ ਇਹ ਸਲਾਹ ਮੰਨ ਲਈ, ਉਹਨੂੰ ਚੰਗੀ ਲੱਗੀ, ਕਿਉਂਕਿ ਉਹ ਡਰਿਆ ਸੀਗਾ ਕਿ ਅਬਦਾਲੀ ਆ ਗਿਆ ਹੈ ਤੇ ਅਸੀਂ ਕਿਵੇਂ ਮੁਕਾਬਲਾ ਕਰਾਂਗੇ, ਅਸੀਂ ਤੇ ਆਪ ਹੀ ਪਾਟੇ ਹੋਏ ਹਾਂ। ਸੋ ਨਵੰਬਰ 1748 ਨੂੰ ਰਾਮ ਰੌਣੀ ਦਾ ਘੇਰਾ ਜਿਹੜਾ ਹੈ, ਘੇਰਾ ਚੁੱਕ ਲਿਆ ਗਿਆ। ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾਂ ਦੇ ਗੁਜ਼ਾਰੇ ਵਾਸਤੇ ਦਰਬਾਰ ਸਾਹਿਬ ਦੇ ਨਾਂ ਪਰਗਨਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਮਾਮਲਾ ਜਿਹੜਾ ਹੈ ਉਹਨਾਂ ਨੂੰ ਜਗੀਰ ਵਜੋਂ ਲਾ ਦਿੱਤਾ। ਦਰਬਾਰ ਸਾਹਿਬ ਦੇ ਪੁਰਾਣੇ 12 ਪਿੰਡਾਂ ਦਾ ਜੋ ਜ਼ਬਤ ਹੋਇਆ ਮਾਮਲਾ ਵੀ ਜਿਹੜਾ ਹੈ ਉਹਨਾਂ ਬਹਾਲ ਕਰ ਦਿੱਤਾ। ਤੋ ਇਸ ਤਰ੍ਹਾਂ ਰਾਮ ਰੌਣੀ ਦੀ ਮੁਹਿੰਮ ਜਿਹੜੀ ਹੈ ਉਹ ਖਤਮ ਹੋਈ। ਮਾਰਚ 1748 ਈਸਵੀ ਵਿੱਚ ਅਬਦਾਲੀ ਮੀਰ ਮਨੂ ਤੋਂ ਹਾਰ ਖਾ ਕੇ ਗਿਆ ਸੀ। ਉਦੋਂ ਮੀਰ ਮਨੂ ਹਿੰਦੁਸਤਾਨ ਦੀ ਸਾਰੀ ਤਾਕਤ ਦਾ ਮਾਲਕ ਸੀ ਤੇ ਹੁਣ ਕੇਵਲ ਪੰਜਾਬ ਦੀ। ਜਿੱਥੇ ਆ ਕੇ ਉਹ ਨਵਾਂ ਹਾਕਮ ਲੱਗਾ ਸੀ, ਅਬਦਾਲੀ ਇਹ ਵੀ ਜਾਣਦਾ ਸੀ ਕਿ ਦਿੱਲੀ ਦਰਬਾਰ ਵਿੱਚ ਫੁੱਟ ਹੋਣ ਕਰਕੇ ਉੱਥੋਂ ਦੇ ਵਜ਼ੀਰ ਨੇ ਕਦੇ ਵੀ ਸੂਬੇਦਾਰ ਲਾਹੌਰ ਨੂੰ ਮਦਦ ਨਹੀਂ ਦਿੱਤੀ। ਉਹਨਾਂ 'ਚ ਇਹ ਵੇਖਣਾ ਚਾਹੁੰਦਾ ਸੀ ਕਿ ਪੰਜਾਬ ਦਾ ਸੂਬੇਦਾਰ ਹੋਣ ਦੀ ਹਸੀਅਤ ਵਿੱਚ ਮੀਰ ਮਨੂ ਦੀ ਕਿੰਨੀ ਕੁ ਤਾਕਤ ਹੈ। ਸੋ ਦਸੰਬਰ 1748 ਈਸਵੀ ਅਬਦਾਲੀ ਸਣੇ ਫੌਜ ਦਰਿਆ ਅਟਕ ਤੋਂ ਉਰਲੇ ਪਾਸੇ ਟੱਪ ਆਇਆ। ਉਹ ਮੁਲਕ ਨੂੰ ਉਜਾੜਦਾ ਹੋਇਆ ਚਨਾਹ ਦੇ ਉਰਲੇ ਪਾਸੇ ਸ਼ੋਧਰੇ ਵਜ਼ੀਰਾਬਾਦ ਤੋਂ 4 ਮੀਲ ਚੜ੍ਹਦੇ ਪਹਾੜ ਦੀ ਗੁੱਠ ਵਿੱਚ ਆ ਬੈਠਾ। ਅਬਦਾਲੀ ਨੇ ਮੀਰ ਮਨੂ ਨੂੰ ਚਿੱਠੀ ਲਿਖੀ ਕਿ ਨਾਦਰ ਸ਼ਾਹ ਦੇ ਵੇਲੇ ਤੋਂ 4 ਮੁਹਾਲ, ਗੁਜਰਾਤ, ਪਸਰੂਰ, ਸਿਆਲਕੋਟ ਤੇ ਔਰੰਗਾਬਾਦ ਸਾਡੀ ਬਾਦਸ਼ਾਹੀ ਦਾ ਹਿੱਸਾ ਬਣ ਚੁੱਕੇ ਹਨ। ਉਹਨਾਂ ਦਾ ਮਾਮਲਾ ਤਾਰੋ ਤੇ ਅੱਗੇ ਵਾਸਤੇ ਸਮੇਂ ਸਿਰ ਮਾਮਲਾ ਭੇਜਣ ਦਾ ਭਰੋਸਾ ਦਿਵਾਓ। ਮੀਰ ਮਨੂ ਨੇ ਇੱਕ ਪਾਸੇ ਤਾਂ ਅਬਦਾਲੀ ਨਾਲ ਸੁਲ੍ਹਾ ਦੀ ਗੱਲਬਾਤ ਜਾਰੀ ਰੱਖੀ ਤੇ ਦੂਜੇ ਪਾਸੇ ਅਬਦਾਲੀ ਦੀ ਉਹ ਚਿੱਠੀ ਬਾਦਸ਼ਾਹ ਦਿੱਲੀ ਨੂੰ ਭੇਜ ਦਿੱਤੀ। ਦਿੱਲੀ ਬਾਦਸ਼ਾਹ ਨੇ 4 ਮੁਹਾਲ ਦਾ ਮਾਮਲਾ ਅਬਦਾਲੀ ਨੂੰ ਦੇਣਾ ਪ੍ਰਵਾਨ ਕਰ ਲਿਆ ਤਾਂ ਆਪਣੀ ਫੌਜੀ ਕਮਜ਼ੋਰੀ ਵੇਖ ਕੇ ਮੀਰ ਮਨੂ ਨੇ ਵੀ 4 ਮੁਹਾਲ ਦਾ ਮਾਮਲਾ 14 ਲੱਖ ਸਲਾਨਾ ਅਬਦਾਲੀ ਨੂੰ ਦੇਣਾ ਮੰਨ ਲਿਆ ਤੇ 1 ਸਾਲ ਦੇ ਦਿੱਤਾ। ਮਾਮਲਾ ਲੈ ਕੇ ਅਬਦਾਲੀ ਉੱਥੋਂ ਹੀ ਵਾਪਸ ਕੰਧਾਰ ਨੂੰ ਮੁੜ ਗਿਆ। ਮੀਰ ਮਨੂ ਇਧਰ ਮੁੜਿਆ ਹੀ ਸੀ ਜਾਂ ਉਸ ਨੂੰ ਮੁਲਤਾਨ ਦੀ ਬਿਪਤਾ ਪੈ ਗਈ। ਵਜ਼ੀਰ ਸਫਦਰ ਜੰਗ ਨੇ ਮੀਰ ਮਨੂ ਦੀ ਤਾਕਤ ਘਟਾਉਣ ਬਦਲੇ ਮੁਲਤਾਨ ਦਾ ਸੂਬੇਦਾਰ ਸ਼ਾਹ ਨਵਾਜ਼ ਖਾਨ ਨੂੰ ਬਣਾ ਦਿੱਤਾ। ਉਸਨੇ ਮਈ 1749 ਈਸਵੀ ਵਿੱਚ ਮੁਲਤਾਨ ਤੇ ਆ ਕਬਜ਼ਾ ਕੀਤਾ। ਉਸਨੇ ਕੁਝ ਪੁਰਾਣੇ ਫੌਜੀ ਵਧੇਰੇ ਤਨਖਾਹ ਦੇ ਕੇ ਆਪਣੇ ਨਾਲ ਗੰਢ ਲਏ ਤੇ ਬਹੁਤ ਸਾਰੀ ਨਵੀਂ ਫੌਜ ਵੀ ਭਰਤੀ ਕਰ ਲਈ। ਦਿਨਾਂ ਵਿੱਚ ਹੀ ਉਹਨੇ 15,000 ਫੌਜ ਲਾਹੌਰ ਉੱਤੇ ਹਮਲਾ ਕਰਨ ਵਾਸਤੇ ਤਿਆਰ ਕਰ ਲਈ, ਕਿਉਂਕਿ ਸਫਦਰ ਜੰਗ ਵੱਲੋਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਜੇ ਤੂੰ ਲਾਹੌਰ ਮੀਰ ਮਨੂ ਤੋਂ ਖੋਹ ਲਵੇਂ ਤਾਂ ਤੈਨੂੰ ਸੂਬੇਦਾਰੀ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਜਾਏਗੀ। ਦੂਜੇ ਪਾਸੇ ਸਫਦਰ ਜੰਗ ਨੇ ਨਾਸਰ ਖਾਨ ਨੂੰ ਕਿਹਾ ਕਿ ਜੇ ਤੂੰ ਬਲ ਨਾਲ ਮੀਰ ਮਨੂ ਤੋਂ ਲਾਹੌਰ ਖੋਹ ਲਵੇਂ ਤਾਂ ਤੈਨੂੰ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਏਗਾ। ਇਹ ਨਾਸਰ ਖਾਨ ਉਹ ਕਾਬਲ ਦਾ ਪੁਰਾਣਾ ਸੂਬੇਦਾਰ ਸੀ। ਜਦ ਮੀਰ ਮਨੂ ਸੂਬੇਦਾਰ ਬਣ ਕੇ ਲਾਹੌਰ ਆਇਆ ਉਦੋਂ ਨਾਸਰ ਖਾਨ ਬੇਕਾਰ ਸੀ। ਉਹਨੇ ਮੀਰ ਮਨੂ ਕੋਲ ਆਪਣੀ ਵਿਥਿਆ ਦੱਸੀ ਤੇ ਉਹਨੇ ਨਾਸਰ ਖਾਨ ਨੂੰ 4 ਮੁਹਾਲ ਦੀ ਫੌਜਦਾਰੀ ਦੇ ਦਿੱਤੀ। ਸਫਦਰ ਜੰਗ ਦੇ ਆਖੇ ਲੱਗ ਕੇ ਨਾਸਰ ਖਾਨ ਨੇ ਮੀਰ ਮਨੂ ਨਾਲ ਵਿਸ਼ਵਾਸਘਾਤ ਕੀਤਾ ਤੇ ਲਾਹੌਰ ਉੱਤੇ ਹਮਲਾ ਕਰਨ ਵਾਸਤੇ 17-18 ਹਜ਼ਾਰ ਫੌਜ ਤਿਆਰ ਕਰ ਲਈ। ਮੀਰ ਮਨੂ ਨੂੰ ਸੁਣ ਕੇ ਬੜਾ ਗੁੱਸਾ ਚੜਿਆ ਕਿ ਆਪ ਇੱਕ ਤਕੜੀ ਫੌਜ ਲੈ ਕੇ ਸਿਆਲਕੋਟ ਦੇ ਉੱਤੇ ਜਿਹੜਾ ਹੈ ਉਹ ਜਾ ਪਿਆ। ਲੜਾਈ ਵਿੱਚ ਨਾਸਰ ਖਾਨ ਹਾਰ ਗਿਆ ਤੇ ਜਾਨ ਬਚਾ ਕੇ ਦਿੱਲੀ ਨੱਸ ਗਿਆ। ਇਹ ਘਟਨਾ ਜੁਲਾਈ 1749 ਦੀ ਹੈ। ਕਿਧਰੋਂ ਵਿਹਲਾ ਹੋ ਕੇ ਮੀਰ ਮਨੂ ਨੇ ਕੌੜਾ ਮੱਲ ਨੂੰ ਬੜੀ ਤਕੜੀ ਫੌਜ ਦੇ ਕੇ ਮੁਲਤਾਨ ਫਤਿਹ ਕਰਨ ਵਾਸਤੇ ਭੇਜਿਆ। ਮਨੂ ਦੀ ਆਗਿਆ ਨਾਲ ਕੌੜਾ ਮੱਲ ਨੇ, ਗੱਲ ਨੋਟ ਕਰਨ ਵਾਲੀ ਹੈ ਕਿ ਮਨੂ ਦੀ ਆਗਿਆ ਨਾਲ ਕੌੜਾ ਮੱਲ ਨੇ ਦਲ ਖਾਲਸਾ ਦੇ 10,000 ਸਿੰਘ ਨਾਲ ਲੈ ਲਏ। ਸਿੰਘਾਂ ਦੀ ਤਨਖਾਹ 8 ਆਨੇ ਪੈਦਲ, 1 ਰੁਪਈਆ ਸਵਾਰ ਤੇ 5 ਰੁਪਏ ਸਰਦਾਰ ਰੋਜ਼ਾਨਾ ਪੱਕੀ ਹੋਈ। ਬਾਕੀ ਸਿਪਾਹੀਆਂ ਨਾਲੋਂ ਇਹ ਤਨਖਾਹ ਵਧੇਰੇ ਸੀ। ਨਾਲ ਹੀ ਸਿੰਘਾਂ ਦਾ ਹਾਰੇ ਹੋਏ ਵੈਰੀ ਉੱਤੇ ਲੁੱਟ ਦਾ ਹੱਕ ਵੀ ਮੰਨ ਲਿਆ ਗਿਆ। 2 ਮਹੀਨੇ ਦੀ ਤਨਖਾਹ ਸਿੰਘਾਂ ਨੂੰ ਪੇਸ਼ਗੀ ਦੇ ਦਿੱਤੀ ਗਈ।
ਸਰਦਾਰ ਜੱਸਾ ਸਿੰਘ ਇੱਛੋ ਗਲੀਆ, ਜਿਹਨੂੰ ਬਾਅਦ ਵਿੱਚ ਰਾਮਗੜੀਆ ਕਿਹਾ ਜਾਂਦਾ ਹੈ, ਬਿਮਾਰ ਸੀ। ਸੋ ਉਹ ਰਾਮ ਰੌਣੀ ਉਸ ਨੂੰ ਰਾਮਗੜ੍ਹ ਵੀ ਕਹਿਣ ਲੱਗ ਪਏ ਸਨ। ਉੱਥੇ ਹੀ ਰਿਹਾ। ਇਸ ਗੱਲੋਂ ਉਹਦਾ ਨਾਂ ਰਾਮਗੜੀਆ ਪੈ ਗਿਆ। ਇੱਥੇ ਇਸ ਦਾ ਨਾਂ ਰਾਮਗੜੀਆ ਜਿਹੜਾ ਹੈ ਉਹ ਪੈ ਗਿਆ। ਮੁਲਤਾਨ ਤੋਂ 3 ਕੋ ਬਾਹਰ ਲੜਾਈ ਹੋਈ। ਸ਼ਾਹ ਨਵਾਜ਼ ਕੌੜਾ ਦੀਆਂ ਫੌਜਾਂ ਨੂੰ ਦਬਾਈ ਆ ਰਿਹਾ ਸੀ। ਕੌੜਾ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ, ਪੰਥ ਦੇ ਹੁੰਦਿਆਂ ਹੀ ਮੇਰੀ ਹਾਰ ਹੋ ਜਾਏ ਤਾਂ ਮੈਂ ਹੋਰ ਕਿਹਦਾ ਆਸਰਾ ਲਵਾਂ। ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆ ਗਿਆ। ਸਰਦਾਰ ਜੱਸਾ ਸਿੰਘ ਤੇ ਸੁੱਖਾ ਸਿੰਘ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਸ਼ਾਹ ਨਵਾਜ਼ ਦੇ ਉੱਪਰ ਹੱਲਾ ਬੋਲ ਦਿੱਤਾ। ਸਰਦਾਰ ਜੱਸਾ ਸਿੰਘ ਦੀ ਗੋਲੀ ਨਾਲ ਸ਼ਾਹ ਨਵਾਜ਼ ਥੱਲੇ ਆ ਪਿਆ ਤੇ ਭੀਮ ਸਿੰਘ ਨੇ ਭੱਜ ਕੇ ਉਸ ਦਾ ਸਿਰ ਲਾ ਲਿਆ। ਹਾਕਮ ਮਾਰਿਆ ਗਿਆ ਤਾਂ ਨਖਸਵੀਆਂ ਫੌਜਾਂ ਨੇ ਕਦ ਖਲੋਣਾ ਸੀ। ਸ਼ਾਹ ਨਵਾਜ਼ ਦੀਆਂ ਫੌਜਾਂ ਨਾ ਸੁੱਟੀਆਂ। ਲੁੱਟ ਮਾਰ ਕਰਨ ਵਿੱਚ ਸਿੰਘ ਸਾਰਿਆਂ ਨਾਲੋਂ ਤਕੜੇ ਸਨ। ਸੋ ਹੱਲਾ ਕਰਕੇ ਉਹਨਾਂ ਸ਼ਾਹ ਨਵਾਜ਼ ਦਾ ਡੇਰਾ ਤੇ ਸ਼ਹਿਰ ਦੇ ਵਿੱਚ ਜਿਹੜੇ ਉਹਨਾਂ ਦਾ ਸਮਾਨ ਸੀ ਉਸ ਨੂੰ ਲੁੱਟ ਲਿਆ। ਇਹ ਘਟਨਾ ਸਤੰਬਰ ਜਾਂ ਅਕਤੂਬਰ 1749 ਈਸਵੀ ਦੀ ਹੈ। ਕੌੜਾ ਨੇ ਭੀਮ ਸਿੰਘ ਨੂੰ ਸੁਨਹਿਰੀ ਕੜਿਆਂ ਦੀ ਜੋੜੀ, ਫੌਲਾਦੀ ਸੰਜੋ, ਬਸਤਰ ਤੇ ਘੋੜਾ ਇਨਾਮ ਦਿੱਤਾ। ਸ਼ਾਹ ਨਵਾਜ਼ ਦਾ ਸਿਰ ਮੀਰ ਮੰਨੂ ਕੋਲ ਲਾਹੌਰ ਭੇਜ ਦਿੱਤਾ ਤੇ ਧੜ ਸ਼ਮਸ ਤਬਰੇਜ਼ ਦੇ ਮਕਬਰੇ ਦੇ ਅਹਾਤੇ ਵਿੱਚ ਦਫਨ ਕਰ ਦਿੱਤਾ। ਸਾਰੇ ਮੁਲਤਾਨ ਉੱਤੇ ਕੌੜਾ ਨੇ ਕਬਜ਼ਾ ਕਰ ਲਿਆ। ਮੀਰ ਮੰਨੂ ਨੇ ਕੌੜਾ ਨੂੰ ਮਹਾਰਾਜਾ ਬਹਾਦਰ ਦਾ ਖਿਤਾਬ ਦੇ ਕੇ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਕੌੜਾ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਇਸ ਜਿੱਤ ਦੀ ਖੁਸ਼ੀ ਵਿੱਚ ਉਹਨੇ 11,000 ਰੁਪਏ ਦਰਬਾਰ ਸਾਹਿਬ ਭੇਟਾ ਕੀਤੇ ਤੇ 3 ਲੱਖ ਰੁਪਇਆ ਖਰਚ ਕੇ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੇ ਉਸਦੇ ਨਾਲ ਦੇ 2 ਸਰੋਵਰ ਬਣਵਾਏ। ਉਹ ਸਿੱਖਾਂ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਹੁੰਦਾ ਸੀ। ਸਿੰਘ ਉਸ ਨੂੰ ਪਿਆਰ ਨਾਲ ਮਿੱਠਾ ਮਲ ਕਿਹਾ ਕਰਦੇ ਸਨ। ਕੌੜਾ ਨੇ ਮੀਰ ਮੰਨੂ ਨੂੰ ਸਿੱਖਾਂ ਦੇ ਹੱਕ ਵਿੱਚ ਇੱਥੋਂ ਤੱਕ ਲਿਖਿਆ ਕਿ ਮੁਲਤਾਨ ਦੀ ਫਤਿਹ ਸਿੱਖਾਂ ਦੀ ਮਦਦ ਸਦਕਾ ਹੀ ਹੋਈ ਹੈ, ਸੋ ਇਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਮੀਰ ਮੰਨੂ ਨੇ ਕੌੜਾ ਦੀ ਸਿਫਾਰਿਸ਼ ਜਿਹੜੀ ਹੈ ਉਸ ਨੂੰ ਮੰਨ ਕੇ ਉੱਤੇ ਸਿੰਘਾਂ ਦੀ ਜਗੀਰ ਵਿੱਚ ਅੱਗੇ ਨਾਲੋਂ ਵਾਧਾ ਕਰ ਦਿੱਤਾ। ਭਾਵ ਪਰਗਣਾ, ਚੂਹਣੀਆਂ ਤੇ ਝਬਾਲ ਵੀ ਦੇ ਦਿੱਤੇ। ਸਿੰਘਾਂ ਦੀ ਮੀਰ ਮੰਨੂ ਦੇ ਇਲਾਕੇ ਵਿੱਚ ਲੁੱਟਮਾਰ ਕਰਨੀ ਛੱਡ ਦਿੱਤੀ ਤੇ ਦੇਸ਼ ਵਿੱਚ ਅਮਨ ਰਹਿਣ ਲੱਗ ਪਿਆ। ਸਭ ਤੋਂ ਪਹਿਲਾਂ ਸਿੰਘਾਂ ਨੇ ਗੁਰਦੁਆਰਿਆਂ ਦੀ ਸੇਵਾ ਕੀਤੀ। ਦਰਬਾਰ ਸਾਹਿਬ ਸਰੋਵਰ ਪਿਛਲੇ ਹਾਕਮਾਂ ਨੇ ਪੂਰ ਛੱਡਿਆ ਸੀ, ਉਸ ਵਿੱਚੋਂ ਗਾਰ ਕੱਢ ਕੇ ਖੂਹਾਂ ਦੇ ਪਾਣੀ ਨਾਲ ਭਰ ਦਿੱਤਾ। ਕੌੜਾ ਦੇ ਦਿੱਤੇ ਹੋਏ ਰੁਪਏ ਨਾਲ ਦਰਬਾਰ ਸਾਹਿਬ ਦੀ ਸੇਵਾ ਆਰੰਭ ਕੀਤੀ। ਹੋਰ ਵੀ ਸਿੱਖ ਸਰਦਾਰਾਂ ਨੇ ਯਥਾ ਸ਼ਕਤ ਭੇਟਾ ਚੜਾਈ। ਸੋ ਇੱਕ ਵਾਰ ਦਰਬਾਰ ਸਾਹਿਬ ਦੀ ਸ਼ਾਨ ਫਿਰ ਚਮਕ ਉੱਠੀ। ਜਿਹੜੇ ਲੋਕ ਅੱਗੇ ਹਾਕਮਾਂ ਤੋਂ ਡਰਦੇ ਨੱਸ ਗਏ ਸਨ, ਉਹ ਫਿਰ ਗੁਰੂ ਕੀ ਨਗਰੀ ਆ ਵਸੇ। ਕੁਝ ਸਿੱਖ ਸਰਦਾਰਾਂ ਨੇ ਵੀ ਆਪਣੇ ਵਾਸਤੇ ਮਕਾਨ ਉੱਥੇ ਬਣਾ ਲਏ। ਜਗੀਰ ਤੋਂ ਅੰਮ੍ਰਿਤਸਰ ਵਿੱਚ ਗੁਰੂ ਕਾ ਲੰਗਰ ਚੰਗੀ ਤਰ੍ਹਾਂ ਚੱਲਣ ਲੱਗ ਪਿਆ। ਅਕਾਲ ਬੁੰਗੇ ਦੇ ਪ੍ਰਦਖਣਾ ਦੇ ਉਦਾਲੇ ਸਿੰਘਾਂ ਦੀ ਗਹਿਮਾ ਗਹਿਮੀ ਦਿਸਣ ਲੱਗ ਪਈ। 2 ਕੁ ਸਾਲ ਚੰਗੇ ਸੁੱਖ ਦੇ ਲੰਘ ਗਏ। ਇਸੇ ਸਮੇਂ ਕੌੜਾ ਦੇ ਅਰਦਾਸ ਕੀਤੇ ਧਨ ਨਾਲ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੇ ਹੋਰ ਧਰਮ ਸਥਾਨ ਬਣਾਏ ਗਏ। ਹੋਰ ਵੀ ਜਿੱਥੇ ਕਿਤੇ ਕਿਸੇ ਗੁਰਦੁਆਰੇ ਦੀ ਬੇਅਦਬੀ ਕੀਤੀ ਗਈ ਸੀ, ਉਸ ਨੂੰ ਨਵੇਂ ਸਿਰਿਓਂ ਬਣਾਇਆ ਗਿਆ। ਇਹ ਸੁਲ੍ਹਾ ਦਾ ਇੱਕ ਹੋਰ ਫਾਇਦਾ ਵੀ ਹੋਇਆ ਕਿ ਲੋਕ ਸਮਝਣ ਲੱਗ ਪਏ ਕਿ ਹੁਣ ਸਰਕਾਰ ਨੇ ਵੀ ਸਿੱਖਾਂ ਦੀ ਤਾਕਤ ਨੂੰ ਮੰਨ ਲਿਆ ਹੈ। ਜਿਹੜੇ ਸਿੰਘ ਅੱਜ ਤੱਕ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਹੁਣ ਸਰਕਾਰ ਹਰ ਮੁਹਿੰਮ ਵਿੱਚ ਉਹਨਾਂ ਤੋਂ ਮਦਦ ਲੈਂਦੀ ਹੈ। ਸੋ ਲੋਕ ਖੁੱਲ੍ਹਮ ਖੁੱਲ੍ਹਾ ਅੰਮ੍ਰਿਤ ਛਕ ਕੇ ਸਿੰਘ ਸੱਜਣ ਲੱਗ ਪਏ। ਇਹ ਉਹ ਦੌਰ ਸੀ ਜਿਹਦੇ ਵਿੱਚ ਸਿੰਘ ਫਿਰ ਆਪਣਾ ਜਿਹੜਾ ਹੈ ਉਹ ਆਨੰਦ ਮਾਣਨ ਲੱਗ ਪਏ ਤੇ ਗੁਰੂ ਘਰ ਦੀਆਂ ਸੇਵਾ ਕਰਨ ਲੱਗ ਪਏ। ਸੋ ਲੋਕ ਖੁੱਲ੍ਹਮ ਖੁੱਲ੍ਹਾ ਦਰਬਾਰ ਸਾਹਿਬ ਆਉਂਦੇ, ਜਿਹੜੇ ਦਰਸ਼ਨ ਕਰਦੇ ਤੇ ਅੰਮ੍ਰਿਤ ਛਕ ਕੇ ਸਿੰਘ ਸੱਜਣ ਲੱਗ ਪਏ। ਜਿੱਥੇ ਅੱਗੇ ਮਾਪੇ ਪੁੱਤਰਾਂ ਨੂੰ ਸਿੰਘ ਸੱਜਣ ਤੋਂ ਰੋਕਦੇ ਸਨ। ਕਿਸੇ ਨੂੰ ਪੁੱਛਿਆ ਵੀ ਮਾਈ ਨੂੰ ਵੀ ਤੇਰੇ ਕਿੰਨੇ ਪੁੱਤਰ ਨੇ, ਤੇ ਉਹ ਉਹਨਾਂ ਸਮੇਂ ਵਿੱਚ ਜਵਾਬ ਦਿੰਦੀ ਸੀਗੀ ਤੇ ਹੈ ਤੇ 5 ਸਨ, ਪਰ ਇੱਕ ਸਿੰਘ ਸੱਜ ਗਿਆ। ਤਾਂ ਭਾਵ ਜਿਹੜਾ ਸਿੰਘ ਸੱਜ ਗਿਆ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਹੈ। ਲੇਕਿਨ ਇਸ ਮੌਕੇ ਦੇ ਅੰਦਰ, ਇਸ ਸੋਚ ਦੇ ਅੰਦਰ ਬੜੀ ਤਬਦੀਲੀ ਆਈ ਹੈ। ਤੋਂ ਸਿੰਘ ਜਿਹੜੇ ਹਨ ਉਹ ਉਹਨਾਂ ਨੂੰ ਸਿੰਘ ਸੱਜਣ ਤੋਂ ਪੁੱਤਰਾਂ ਨੂੰ ਮਾਪੇ ਰੋਕਦੇ ਨਹੀਂ ਸਨ। ਫਿਰ ਉਹਨਾਂ ਨੂੰ ਸਿੰਘ ਸੱਜਣ ਦੀ ਪ੍ਰੇਰਣਾ ਕਰਨ ਲੱਗ ਪਏ। ਉਲਟਾ ਜਿੱਥੇ ਪਹਿਲੇ ਰੋਕਦੇ ਸਨ,
ਹੁਣ ਉਹਨਾਂ ਨੂੰ ਰੋਕਦੇ ਨਹੀਂ, ਸਗੋਂ ਪ੍ਰੇਰਨਾ ਕਰਨ ਲੱਗ ਪਏ ਵੀ ਤੁਸੀਂ ਸਿੰਘ ਸਜੋ, ਕਿਉਂਕਿ ਸਿੰਘ ਸੱਜਣ ਨਾਲ ਗੁਆਂਢ ਵਸਣ ਵਾਲਿਆਂ ਉੱਤੇ ਬੜਾ ਰੋਹਬ ਪੈ ਜਾਂਦਾ ਸੀ ਕਿ ਇਹ ਸਿੰਘ ਹੈ, ਇਹ ਸਿੰਘ ਸਜਿਆ ਹੋਇਆ ਹੈ। ਲੋਕਾਂ ਦੇ ਦਿਲ ਉੱਤੇ ਸਿੰਘਾਂ ਦਾ ਅਜਿਹਾ ਜਿਹੜਾ ਹੈ ਉਹ ਰੋਹਬ ਜਿਹੜਾ ਹੈ ਜੰਮ ਚੁੱਕਾ ਸੀ ਕਿ ਵੈਰੀ ਹਰ ਵੇਲੇ ਉਹਨਾਂ ਤੋਂ ਡਰਦੇ ਰਹਿੰਦੇ ਸਨ ਤੇ ਸ਼ਰਧਾਲੂ ਸਿੰਘਾਂ ਦੀ ਮਦਦ ਉੱਤੇ ਮਾਣ ਰੱਖਦੇ ਸਨ। ਇਸ ਵੇਲੇ ਸਿੰਘਾਂ ਦੀ ਗਿਣਤੀ ਦੇ ਰੋਗ ਦੋਹਾਂ ਚੀਜ਼ਾਂ ਵਿੱਚ ਬਹੁਤ ਸਾਰਾ ਢੇਰ ਸਾਰਾ ਵਾਧਾ ਹੋਇਆ। ਸਿੱਖਾਂ ਦੇ ਸਰਕਾਰ ਵਿੱਚ ਇਹ ਸਮਝੌਤਾ ਕੋੜਾਮਲ ਦੀ ਬਦੌਲਤ ਹੀ ਸੀ, ਨਹੀਂ ਤਾਂ ਸਿੱਖੀ ਦੇ ਵਿਰੁੱਧ ਮੁੱਲਾਂ ਦੇ ਹਾਕਮ ਸਦਾ ਮੀਰ ਮਨੂ ਨੂੰ ਸਿੱਖਾਂ ਦੇ ਵਿਰੁੱਧ ਭੜਕਾਉਂਦੇ ਰਹਿੰਦੇ ਸਨ। ਮਨੂ ਵੀ ਲਾਹੌਰ ਦੇ ਇੰਨੇ ਨੇੜੇ ਅੰਮ੍ਰਿਤਸਰ ਵਿੱਚ ਸਿੱਖਾਂ ਦੀ ਇੰਨੀ ਭਾਰੀ ਤਾਕਤ ਪਸੰਦ ਨਹੀਂ ਸੀ ਕਰਦਾ, ਪਰ ਉਹ ਸਮੇਂ ਦੀ ਉਡੀਕ ਵਿੱਚ ਚੁੱਪ ਵੱਟੀ ਬੈਠਾ ਸੀ। ਸਿੰਘ ਵੀ ਇਸ ਗੱਲ ਨੂੰ ਜਾਣਦੇ ਸਨ, ਭਲੀ ਪ੍ਰਕਾਰ ਪਛਾਣਦੇ ਸਨ, ਤੇ ਉਹਨਾਂ ਨੇ ਇਹ ਸਮਾਂ ਆਪਣੀ ਤਾਕਤ ਵਧਾਉਣ ਦੇ ਜਿਹੜੇ ਵਿੱਚ ਲਗਾਇਆ। ਸਰਕਾਰ ਦੇ ਸਿੱਖਾਂ ਦਾ ਰਾਹ ਵੱਖੋ ਵੱਖਰਾ ਸੀ, ਇਹ ਸਿੱਖਾਂ ਨੂੰ ਵੀ ਪਤਾ ਸੀ ਤੇ ਸਰਕਾਰ ਨੂੰ ਵੀ ਪਤਾ ਸੀ, ਪਰ ਫਿਰ ਵੀ ਸਰਕਾਰ ਚਾਹੁੰਦੀ ਸੀ ਕਿ ਸਿੱਖ ਜਿਹੜੇ ਹਨ ਉਹ ਬਿਲਕੁਲ ਹੀ ਖਤਮ ਕਰ ਦਿੱਤੇ ਜਾਣ, ਤੇ ਸਿੰਘਾਂ ਦਾ ਨਿਸ਼ਾਨਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਕਿ ਅਸੀਂ ਰਾਜ ਕਰਨਾ ਹੈ ਤੇ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਹਨ। ਮੁਗਲਾਂ ਦਾ ਇਹ ਨਿਸ਼ਾਨਾ ਸੀ ਔਰ ਸਿੱਖਾਂ ਦਾ ਨਿਸ਼ਾਨਾ ਸੀ ਕਿ ਅਸੀਂ ਰਾਜ ਕਰਨਾ ਹੈ। ਕੋਈ ਵੀ ਜਿਹੜਾ ਆਕੀ ਹੈ, ਜਿਹੜਾ ਵਿਦਰੋਹ ਕਰਨ ਵਾਲਾ ਹੈ, ਮੁਖਾਲਫਤ ਕਰਨ ਵਾਲੇ ਨੂੰ ਛੱਡਣਾ ਨਹੀਂ ਹੈ। ਸੋ ਦੋਹਾਂ ਦੇ ਮਿਲਾਪ ਉੱਤੇ ਬਹੁਤ ਭਰੋਸਾ ਨਹੀਂ ਸੀ ਰੱਖਿਆ ਜਾ ਸਕਦਾ। ਮੀਰ ਮਨੂ ਨੇ ਲਾਹੌਰ ਦੇ ਮੁਲਤਾਨ ਵਿੱਚ ਅਮਨ ਕਾਇਮ ਕਰ ਲਿਆ, ਪਰ ਦਿੱਲੀ ਦੇ ਕਾਬਲ ਦਾ ਡਰ ਉਹਦੇ ਦਿਲੋਂ ਨਹੀਂ ਸੀ ਗਿਆ। ਦਿੱਲੀ ਵਿੱਚ ਉਹਦਾ ਵੈਰੀ ਸਫਦਰ ਜੰਗ ਵਜ਼ੀਰ ਬੈਠਾ ਸੀ ਤੇ ਅਫਗਾਨਿਸਤਾਨ ਵਿੱਚ ਅਹਿਮਦ ਸ਼ਾਹ ਅਬਦਾਲੀ। ਉਹ ਜਾਣਦਾ ਸੀ ਕਿ ਪੰਜਾਬ ਉੱਤੇ ਕਬਜ਼ਾ ਕਰਨ ਦੀ ਭੁੱਖ ਦੋਹਾਂ ਦੇ ਦਿਲਾਂ ਵਿੱਚ ਡਾਢੀ ਹੈ। ਦੋਹਾਂ ਤਾਕਤਾਂ ਤੋਂ ਆਪਣਾ ਆਪ ਬਚਾ ਕੇ ਰੱਖਣ ਵਾਸਤੇ ਉਹ ਫੌਜੀ ਤਿਆਰੀ ਕਰ ਰਿਹਾ ਸੀ। ਉਹਦੀ ਤਿਆਰੀ ਅਜੇ ਪੂਰੀ ਨਹੀਂ ਸੀ ਹੋਈ ਜਾਂ ਅਬਦਾਲੀ ਦੇ ਹਮਲੇ ਦੀਆਂ ਅਫਵਾਹਾਂ ਉੱਡਣ ਲੱਗ ਪਈਆਂ। ਅਕਤੂਬਰ 1751 ਵਿੱਚ ਅਬਦਾਲੀ ਦਾ ਦੂਤ ਹਾਰੂਨ ਖਾਂ ਲਾਹੌਰ ਆਇਆ ਤੇ ਮੀਰ ਮਨੂ ਦੇ ਤੋਂ 4 ਮੁਹਾਲ ਦਾ 24 ਲੱਖ ਮਾਮਲਾ ਮੰਗਿਆ। ਮਨੂ ਨੇ ਮਜਬੂਰੀ ਪ੍ਰਗਟ ਕੀਤੀ ਕਿ ਬਦਅਮਨੀ ਦੇ ਕਾਰਨ ਮਾਮਲਾ ਇਕੱਠਾ ਨਹੀਂ ਹੋ ਸਕਿਆ ਤੇ ਜਿਹੜਾ ਇਕੱਠਾ ਹੋਇਆ ਵੀ ਸੀ ਉਹ ਨਾਸਰ ਖਾਨ ਲੈ ਕੇ ਭੱਜ ਗਿਆ ਹੈ। ਸੋ ਸਹਿਜ ਸਹਿਜ ਮਾਮਲਾ ਤਾਰ ਦਿਆਂਗਾ ਮੈਂ। ਇੰਨੇ ਨੂੰ ਨਵੰਬਰ ਵਿੱਚ ਖਬਰ ਮਿਲੀ ਕਿ ਅਬਦਾਲੀ ਆਪ ਪਿਸ਼ਾਵਰ ਆ ਗਿਆ ਹੈ ਤੇ ਉਹਦੇ ਜਰਨੈਲ ਜਹਾਨ ਖਾਨ ਤੇ ਅਬਦੁਲ ਸਮਦ ਖਾਨ ਫੌਜ ਲੈ ਕੇ ਰੋਹਤਾਸ ਤੱਕ ਆ ਪੜੇ ਹਨ। ਇਸ ਖਬਰ ਨੇ ਮੀਰ ਮਨੂ ਨੂੰ ਬੜਾ ਘਬਰਾ ਦਿੱਤਾ। ਉਹਨੇ ਕੋੜਾਮਲ ਨੂੰ ਮੁਲਤਾਨ ਤੋਂ, ਅਦੀਨਾ ਬੇਗ ਨੂੰ ਜਲੰਧਰੋਂ ਸਣੇ ਫੌਜ ਮੰਗਾ ਲਿਆ। ਨਾਲ ਹੀ ਮਨੂ ਨੇ ਅਬਦਾਲੀ ਦੇ ਦੂਤ ਹਾਰੂਨ ਖਾਨ ਨੂੰ 9 ਲੱਖ ਰੁਪਇਆ ਦੇ ਦਿੱਤਾ ਤੇ ਬਾਕੀ ਵਾਸਤੇ ਬੇਨਤੀ ਕੀਤੀ ਕਿ ਜੇ ਅਬਦਾਲੀ ਉੱਥੋਂ ਹੀ ਪਿਛਾਂ ਮੁੜ ਜਾਵੇ ਤਾਂ ਬਾਕੀ ਮਾਮਲਾ ਇਕੱਠਾ ਕਰਕੇ ਭੇਜ ਦਿਆਂਗਾ। ਹਾਰੂਨ ਖਾਨ ਨੇ ਉਹ ਰੁਪਏ ਤੇ ਮਨੂ ਦੀ ਚਿੱਠੀ ਅਬਦਾਲੀ ਨੂੰ ਭੇਜ ਦਿੱਤੀ। ਅਬਦਾਲੀ ਨੇ 9 ਲੱਖ ਰੁਪਏ ਵੀ ਲੈ ਲਏ ਤੇ ਫਿਰ ਵੀ ਅੱਗੇ ਵਧਦਾ ਆਇਆ। ਅਸਲ ਵਿੱਚ ਇਸ ਵਾਰ ਉਹ 4 ਮੁਹਾਲ ਦਾ ਮਾਮਲਾ ਲੈਣ ਵਾਸਤੇ ਨਹੀਂ, ਲਾਹੌਰ ਲੈਣ ਵਾਸਤੇ ਆਇਆ ਸੀ। ਇਸ ਵਾਰ ਉਸ ਕੋਲ 50,000 ਤੋਂ ਵੱਧ ਫੌਜ ਸੀ। 13 ਦਸੰਬਰ ਨੂੰ ਪਤਾ ਲੱਗਾ ਕਿ ਅਬਦਾਲੀ ਐਮਨਾਬਾਦ ਆ ਪੁੱਜਾ ਹੈ। ਹੁਣ ਲਾਹੌਰ ਦੇ ਇਹ ਐਮਨਾਬਾਦ ਸਾਧ ਸੰਗਤ ਜੀ ਉਹੀ ਹੈ ਜਿੱਥੇ ਬਾਬਰ ਨੇ ਵੀ 1521 ਦੇ ਵਿੱਚ ਹਮਲਾ ਕੀਤਾ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਉੱਤੇ ਸਨ ਤੇ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਤੇ ਪਾਪ ਕੀ ਜੰਜ ਲੈ ਕਾਬਲੋਂ ਤੋਂ ਆਇਆ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਸੀ। ਤੇ 13 ਦਸੰਬਰ ਨੂੰ ਇਹ ਪਤਾ ਲੱਗਾ ਕਿ ਅਬਦਾਲੀ ਐਮਨਾਬਾਦ ਆ ਪੁੱਜਾ ਹੈ। ਹੁਣ ਲਾਹੌਰ ਦੇ ਅਮੀਰ ਆਦਮੀ ਲੱਗੇ ਸ਼ਹਿਰ ਛੱਡ ਕੇ ਪਹਾੜਾਂ ਨੂੰ ਨਸਣ। ਪਰਜਾ ਦੀ ਕੀ ਗੱਲ, ਮੀਰ ਮਨੂ ਨੇ ਵੀ ਆਪਣੀਆਂ ਬੇਗਮਾਂ ਤੇ ਬੱਚੇ ਜੰਮੂ ਭੇਜ ਦਿੱਤੇ। ਮੀਰ ਮਨੂ ਨੇ ਕੋੜਾਮਲ ਦਾ ਡੇਰਾ ਰਾਵੀਓਂ ਪਾਰ ਸ਼ਾਦਰੇ ਕਰਾਇਆ ਤੇ ਆਪ ਇਹ ਸੋਚ ਕੇ ਕਿ ਅਬਦਾਲੀ ਚੜ੍ਹਦੇ ਪਾਸਿਓਂ ਨਾ ਰਾਵੀ ਟੱਪ ਪਏ, 50,000 ਫੌਜ ਲੈ ਕੇ ਸ਼ਾਹਦੌਲੇ ਤੇ ਪਤਨ ਲਾਹੌਰ ਦੇ 22 ਮੀਲ ਰਾਵੀ ਦੇ ਚੜ੍ਹਦੇ ਪਾਣੀ ਵੱਲ ਤੇ ਜਾ ਬੈਠਾ। ਅਬਦਾਲੀ ਨੇ ਵੀ ਮੀਰ ਮਨੂ ਦੇ ਸਾਹਮਣੇ ਆ ਡੇਰਾ ਲਾਇਆ। ਅਬਦਾਲੀ ਨੇ ਡੇਰਾ ਉੱਥੇ ਹੀ ਰਹਿਣ ਦਿੱਤਾ ਤੇ ਆਪ ਫੌਜ ਲੈ ਕੇ ਰਾਤੋਂ ਰਾਤ ਦੂਰੋਂ ਚੱਕਰ ਕੱਟ ਕੇ ਲਾਹੌਰ ਹੇਠਲੇ ਪਾਸਿਓਂ ਗਾਜੀਪੁਰ ਦੇ ਪਤਨ ਤੋਂ ਰਾਵੀ ਟੱਪ ਕੇ ਨਿਆਜ਼ ਬੇਗ ਰਾਹੀਂ ਲਾਹੌਰ ਸ਼ਾਹ ਬਿਲਾਵਲ ਕੋਲ ਆ ਮੋਰਚੇ ਮੱਲੇ। ਉਸ ਦਾ ਪ੍ਰਸਿੱਧ ਜਰਨੈਲ ਜਹਾਨ ਖਾਨ ਵੀ ਉਹਦੇ ਨਾਲ ਸੀ। ਮੀਰ ਮਨੂ ਨੂੰ ਪਤਾ ਲੱਗਾ
ਤਾਂ ਉਹ ਵੀ ਛੇਤੀ ਛੇਤੀ ਲਾਹੌਰ ਨੂੰ ਭੱਜਾ। ਹੁਣ ਸ਼ਹਿਰ ਵਾਲੇ ਪਾਸੇ ਮੀਰ ਮਨੂੰ ਦੇ ਟਾਕਰੇ ਉੱਤੇ ਤੇ ਦੂਜੇ ਪਾਸੇ ਅਬਦਾਲੀ, ਦੋਵੇਂ ਧਿਰਾਂ ਮੋਰਚਿਆਂ ਵਿੱਚ ਬੈਠੇ ਹਨ। ਅਬਦਾਲੀ ਕੋਲ ਤੋਪਾਂ ਨਹੀਂ ਸਨ ਤੇ ਮੀਰ ਮਨੂੰ ਦਿੱਲੀ ਵੱਲੋਂ ਇਮਦਾਦੀ ਫੌਜ ਨੂੰ ਉਡੀਕ ਰਿਹਾ ਸੀ, ਤੇ ਦੋਹਾਂ ਵਿੱਚ ਕੋਈ ਵੀ ਅੱਗੇ ਵੱਧ ਕੇ ਹਮਲਾ ਨਹੀਂ ਸੀ ਕਰ ਸਕਦਾ। ਮੀਰ ਮਨੂੰ ਨੇ ਦਿੱਲੀ ਨੂੰ ਕਈ ਚਿੱਠੀਆਂ ਮਦਦ ਵਾਸਤੇ ਲਿਖੀਆਂ, ਪਰ ਉੱਥੋਂ ਮਦਦ ਨਾ ਆਉਣੀ ਸੀ ਤੇ ਨਾ ਆਈ। ਇਸ ਲੜਾਈ ਵਿੱਚ ਮੀਰ ਮਨੂੰ ਨੇ ਕੌੜਾ ਮੱਲ ਰਾਹੀਂ ਸਿੰਘਾਂ ਦੀ ਮਦਦ ਮੰਗੀ ਤੇ ਇਸ ਸਹਾਇਤਾ ਬਦਲੇ ਪਹਾੜ ਦਾ ਆਕੀ ਇਲਾਕਾ, ਜਿਨ੍ਹਾਂ ਵਿੱਚ ਪੜੌਲ, ਕਠੂਆ, ਬਸੋਲੀ ਆਦਿ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅੰਮ੍ਰਿਤਸਰੋਂ ਮਦਦ ਵਾਸਤੇ ਜਾ ਰਹੇ ਸਨ ਜਾਂ ਰਾਹ ਵਿੱਚ ਇੱਕ ਦੁਰਘਟਨਾ ਹੋ ਗਈ। ਰਾਮਗੜੀਆ ਮਿਸਲ ਦੇ ਸਰਦਾਰ ਖੁਸ਼ਹਾਲ ਸਿੰਘ ਕੱਕੜ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿੱਤਾ। ਬਾਕੀ ਦੇ ਸਰਦਾਰ ਇਸ ਗੱਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ ਤਾਂ 10,000 ਫੌਜ ਸਣੇ ਭੰਗੀ ਸਰਦਾਰ ਪਿੱਛੇ ਪਰਤ ਗਏ। ਬਾਕੀ ਦੇ 20,000 ਸ਼ਾਲਾਮਾਰ ਬਾਗ ਜਾ ਬੈਠੇ। ਅਗਲੇ ਦਿਨ ਕੁਝ ਸਿੰਘ ਇੱਥੇ ਰਹੇ ਤੇ ਕੁਝ ਕੌੜਾ ਮੱਲ ਦੀ ਫੌਜ ਵਿੱਚ ਮਿਲਣ ਵਾਸਤੇ ਸ਼ਹਿਰ ਚੱਲ ਪਏ। ਜਦੋਂ ਦਰਵਾਜ਼ੇ ਕੋਲ ਅਪੜੇ, ਅੱਗੇ ਕੁਝ ਕਸਾਈ ਗਾਂ ਹਲਾਲ ਕਰਦੇ ਉਹਨਾਂ ਦੀ ਨਿਗਾਹ ਵਿੱਚ ਪਏ ਤਾਂ ਸਿੰਘਾਂ ਤੋਂ ਵੇਖ ਕੇ ਨਾ ਰਹਿ ਗਿਆ, ਉਹਨਾਂ ਉਹ ਕਸਾਈ ਕਤਲ ਕਰ ਦਿੱਤੇ। ਇਸ ਗੱਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਤੇ ਉਹਨਾਂ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਇਸ ਮੁੱਠ-ਭੇੜ ਵਿੱਚ ਦੋਹਾਂ ਪਾਸਿਆਂ ਦੇ ਕਈ ਜਿਹੜੇ ਹਨ ਉਹ ਆਦਮੀ ਸ਼ਹੀਦ ਹੋਏ, ਮਾਰੇ ਗਏ। ਪਤਾ ਨਹੀਂ ਇਹ ਝਗੜਾ ਕਿੱਥੋਂ ਤੱਕ ਵੱਧ ਜਾਂਦਾ, ਪਰ ਕੌੜਾ ਮੱਲ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸੁਲ੍ਹਾ ਕਰਾ ਦਿੱਤੀ। ਇਹਨਾਂ ਸਿੰਘਾਂ ਦਾ ਡੇਰਾ ਯੱਕੀ ਦਰਵਾਜ਼ੇ ਅੱਗੇ ਕਰਾਇਆ ਗਿਆ। ਇੱਕ ਦਿਨ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲਾ ਕੁਝ ਸਿੰਘਾਂ ਸਣੇ ਰਾਵੀਓਂ ਪਾਰ ਗਿਆ। ਅੱਗੋਂ ਅਬਦਾਲੀ ਦੇ 4 ਦਸਤੇ ਉਹਨਾਂ ਮੁੱਠੀ ਭਰ ਸਿੰਘਾਂ ਉੱਤੇ ਆ ਪਏ। ਸਿੰਘ ਮਸਾਂ ਆਟੇ ਵਿੱਚ ਲੂਣ ਸਨ, ਪਰ ਪਿੱਛੇ ਭੱਜਿਆ ਸਿੱਖੀ ਨੂੰ ਲਾਜ ਲੱਗਦੀ ਸੀ। ਸਿੰਘਾਂ ਨੇ ਭਜਣਾ ਠੀਕ ਨਹੀਂ ਸਮਝਿਆ, ਸੋ ਉਹ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਛਾਤੀਆਂ ਢਾਹ ਖਲੋਤੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲਾ ਇੱਥੇ ਲੜ ਕੇ ਸ਼ਹੀਦ ਹੋਏ। ਜਿਹੜੇ ਸਿੰਘ ਅਜੇ ਪਿੱਛੇ ਝੱਲ ਵਿੱਚ ਦੂਰ ਸਨ ਉਹ ਬਚ ਗਏ। ਉਹ ਵਾਪਸ ਆਪਣੇ ਡੇਰੇ ਤੇ ਮੁੜੇ ਤਾਂ ਲਾਹੌਰ ਦੀ ਮੁਸਲਮਾਨ ਫੌਜ ਨੇ ਉਹਨਾਂ ਉੱਤੇ ਤੋਪਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਕਈ ਸਿੰਘ ਇੱਥੇ ਵੀ ਸ਼ਹੀਦ ਹੋਏ। ਖਾਲਸਾ ਫੌਜ ਦਾ ਦਿਲ ਇਹਨਾਂ ਘਟਨਾਵਾਂ ਤੋਂ ਖੱਟਾ ਹੋ ਗਿਆ ਤੇ ਉਹ ਮੀਰ ਮਨੂੰ ਦਾ ਸਾਥ ਛੱਡ ਕੇ ਚੱਲ ਪਏ। ਅਸਲ ਵਿੱਚ ਲੜਾਈ ਸਮੇਂ ਮੀਰ ਮਨੂੰ ਦਾ ਘਰ ਪਾਟਾ ਹੋਇਆ ਸੀ। ਅਦੀਨਾ ਬੇਗ ਤੇ ਉਹਦੇ ਖਿਆਲਾਂ ਦੇ ਹੋਰ ਕਈ ਮੁਸਲਮਾਨ ਅਫਸਰ ਕੌੜਾ ਮੱਲ ਦੀ ਇੰਨੀ ਇੱਜ਼ਤ ਵੇਖ ਕੇ ਸੜਦੇ ਸਨ ਤੇ ਉਹ ਇਹ ਵੀ ਜਾਣਦੇ ਸਨ ਕਿ ਕੌੜਾ ਮੱਲ ਦੀ ਤਾਕਤ ਸਿੱਖਾਂ ਦੇ ਮਾਨ ਤੇ ਹੈ। ਉਹ ਸਹਿ ਨਹੀਂ ਸਨ ਸਕਦੇ ਕਿ ਮੁਸਲਮਾਨਾਂ ਦੇ ਰਾਜ ਵਿੱਚ ਇੱਕ ਹਿੰਦੂ ਜਾਂ ਸਿੱਖ ਦੀ ਇੰਨੀ ਇੱਜ਼ਤ ਹੋਵੇ। ਸੋ ਪਹਿਲਾਂ ਤਾਂ ਉਹਨਾਂ ਕਈ ਵਧੀਕੀਆਂ ਕਰਕੇ ਸਿੰਘ ਰੁਸਾ ਕੇ ਘੱਲ ਦਿੱਤੇ, ਜਿਸ ਨਾਲ ਕੌੜਾ ਮੱਲ ਦੀ ਤਾਕਤ ਕਮਜ਼ੋਰ ਹੋ ਗਈ ਤੇ ਫਿਰ ਉਹ ਕੌੜਾ ਮੱਲ ਨੂੰ ਬਿਲੇ ਲਾਉਣ ਦੀ ਸੋਚਣ ਲੱਗੇ। ਲੜਾਈ ਲੰਮੀ ਹੋ ਗਈ। ਦੋਹੀਂ ਪਾਸੇ ਮਾਮੂਲੀ ਝੜਪਾਂ ਹੁੰਦੀਆਂ, ਪਰ ਨਿਬੇੜਾ ਕਰਨ ਵਾਲੀ ਲੜਾਈ ਨਾ ਹੁੰਦੀ। ਕੋਈ ਵੀ ਆਪਣੇ ਮੋਰਚਿਆਂ ਚੋਂ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਸੀ। ਅਬਦਾਲੀ ਦੀਆਂ ਫੌਜਾਂ ਨੇ ਇਲਾਕਾ ਉਜਾੜਨਾ ਸ਼ੁਰੂ ਕੀਤਾ ਤੇ 50 ਮੀਲ ਉਦਾਲੇ ਬਿਲਕੁਲ ਤਬਾਹ ਕਰ ਦਿੱਤਾ। ਫਿਰ ਪਿੰਡ ਥੇ ਹੋ ਗਏ ਤੇ ਫਸਲਾਂ ਉਜੜ ਗਈਆਂ। ਇੱਥੋਂ ਤੱਕ ਕਿ 50 ਮੀਲ ਤੱਕ ਰਾਤ ਨੂੰ ਦੀਵਾ ਬਲਦਾ ਨਜ਼ਰ ਨਹੀਂ ਸੀ ਆਉਂਦਾ। ਅਖੀਰ 6 ਮਾਰਚ 1752 ਈਸਵੀ ਨੂੰ ਮੀਰ ਮਨੂੰ ਆਪਣੇ ਮੋਰਚਿਆਂ ਚੋਂ ਬਾਹਰ ਨਿਕਲਿਆ। ਉਹਨੇ ਵੈਰੀ ਉੱਤੇ ਬੜਾ ਕਹਿਰੀ ਹੱਲਾ ਕੀਤਾ। ਉਹਦੇ ਵੱਡੇ ਜਰਨੈਲਾਂ ਵਿੱਚ ਕੌੜਾ ਮੱਲ ਹੀ ਸੀ ਜੋ ਦਿਲ ਢਾਹ ਕੇ ਲੜਿਆ, ਪਰ ਐਨ ਰਣ ਤੱਤੇ ਵਿੱਚ ਅਦੀਨਾ ਬੇਗ ਨੇ ਗਦਾਰੀ ਕੀਤੀ ਤੇ ਇੱਕ ਕਸੂਰੀ ਪਠਾਨ ਕੋਲੋਂ ਕੌੜਾ ਮੱਲ ਨੂੰ ਗੋਲੀ ਮਰਵਾ ਦਿੱਤੀ ਤੇ ਕੌੜਾ ਮੱਲ ਹਾਥੀ ਕਬਰ ਵਿੱਚ ਪੈਰ ਪੈਣ ਕਰਕੇ ਡਿੱਗ ਪਿਆ ਸੀ। ਉਹ ਹਾਥੀ ਬਦਲਣ ਲੱਗਾ ਸੀ ਜਾਂ ਗੋਲੀ ਉਸਦੇ ਮੱਥੇ ਵਿੱਚ ਆ ਵੱਜੀ, ਜਿਸ ਨਾਲ ਉਹ ਉਸ ਵੇਲੇ ਹੀ ਜਿਹੜਾ ਹੈ ਸ਼ਹੀਦ ਹੋ ਗਿਆ। ਅਦੀਨਾ ਬੇਗ ਦੀ ਇਸ ਭੈੜੀ ਕਰਤੂਤ ਨਾਲ ਮਹਾਰਾਜਾ ਕੌੜਾ ਮੱਲ ਦੀ ਜਾਨ ਗਈ ਤੇ ਮੀਰ ਮਨੂੰ ਦੀ ਹਾਰ ਹੋਈ। ਕੌੜਾ ਮੱਲ ਦੇ ਮਰਨ ਨਾਲ ਉਹ ਮੋਰਚਾ ਟੁੱਟ ਗਿਆ ਤੇ ਫਿਰ ਸਹਿਜ ਸਹਿਜ ਸਾਰੇ ਮੈਦਾਨ ਵਿੱਚੋਂ ਮੀਰ ਮਨੂੰ ਦੀ ਫੌਜ ਨੱਸ ਉੱਠੀ। ਮੁੱਕਦੀ ਗੱਲ, ਮਨੂੰ ਅਬਦਾਲੀ ਸਾਹਮਣੇ ਬੁਰੀ ਤਰ੍ਹਾਂ ਹਾਰ ਗਿਆ। ਅਗਲੇ ਦਿਨ ਹਾਰਿਆ ਹੋਇਆ ਮੀਰ ਮਨੂੰ ਅਬਦਾਲੀ ਦੇ ਪੇਸ਼ ਹੋਇਆ ਤੇ ਉਹਦੇ ਅੱਗੇ ਨਜ਼ਰਾਨੇ ਰੱਖੇ। ਅਬਦਾਲੀ ਨੇ ਪੁੱਛਿਆ ਕਿ ਤੂੰ ਪਹਿਲਾਂ ਹੀ ਮੇਰੀ ਈਨ ਕਿਉਂ ਨਾ ਮੰਨ ਲਈ। ਤੋ ਇਹ ਡਾਇਲੌਗ ਵੀ ਬੜਾ ਇੰਟਰਸਟਿੰਗ ਹੈ ਤੇ ਆਪ ਬੜਾ ਧਿਆਨ ਨਾਲ ਇਸ ਨੂੰ ਸਰਵਣ ਕਰਨਾ।
ਤਾਂ ਮਨੂ ਨੇ ਨਮਰਤਾ ਨਾਲ ਉੱਤਰ ਦਿੱਤਾ, ਉਦੋਂ ਮੇਰਾ ਇੱਕ ਹੋਰ ਮਾਲਕ ਸੀ। ਅਬਦਾਲੀ ਨੇ ਪੁੱਛਿਆ, ਤੇਰਾ ਮਾਲਕ ਫਿਰ ਤੇਰੀ ਮਦਦ ਵਾਸਤੇ ਕਿਉਂ ਨਾ ਆਇਆ? ਮਨੂ ਉਹ ਸਮਝਦਾ ਸੀ ਕਿ ਉਹਦਾ ਨੌਕਰ ਆਪਣੀ ਰੱਖਿਆ ਆਪ ਕਰ ਸਕਦਾ ਹੈ। ਮਨੂ ਨੇ ਜਵਾਬ ਦਿੱਤਾ। ਅਬਦਾਲੀ ਨੇ ਫਿਰ ਪੁੱਛਿਆ, ਜੇ ਤੂੰ ਮੈਨੂੰ ਫੜ ਲੈਂਦਾ ਤਾਂ ਕੀ ਕਰ ਦੂੰ? ਮਨੂ ਨੇ ਬੜੇ ਦਲੇਰੀ ਨਾਲ ਜਵਾਬ ਦਿੱਤਾ ਕਿ ਮੈਂ ਤੇਰਾ ਸਿਰ ਵੱਢ ਲੈਂਦਾ ਤੇ ਆਪਣੇ ਬਾਦਸ਼ਾਹ ਕੋਲ ਦਿੱਲੀ ਭੇਜ ਦਿੰਦਾ। ਅਬਦਾਲੀ, ਹੁਣ ਤੂੰ ਮੇਰੇ ਕਾਬੂ ਹੈ, ਦੱਸ ਹੁਣ ਮੈਂ ਤੇਰੇ ਨਾਲ ਕੀ ਵਰਤਾਓ ਕਰਾਂ? ਤਾਂ ਮਨੂ ਨੇ ਕਿਹਾ, ਜੋ ਤੂੰ ਸੌਦਾਗਰ ਹੈ, ਜੇ ਤੂੰ ਸੌਦਾਗਰ ਹੈ ਤਾਂ ਮੈਨੂੰ ਨਜਰਾਨੇ ਬਦਲੇ ਵੇਚ ਦੇ, ਤੇ ਜੇ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ। ਪਰ ਜੇ ਤੂੰ ਬਾਦਸ਼ਾਹ ਹੈ ਤਾਂ ਮੈਨੂੰ ਮਾਫ ਕਰ ਦੇ ਤੇ ਆਪਣੇ ਅਧੀਨ ਲੈ ਲੈ, ਅਧੀਨ ਆਪਣੇ ਆਪ ਨੂੰ ਕਰ ਲੈ, ਮੈਨੂੰ ਕਰ ਲੈ। ਇਹ ਦਲੇਰਾਨਾ ਉੱਤਰ ਸੁਣ ਕੇ ਅਬਦਾਲੀ ਬੜਾ ਖੁਸ਼ ਹੋਇਆ ਤੇ ਮੀਰ ਮਨੂ ਨੂੰ ਹੀ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ। ਮੀਰ ਮਨੂ ਨੇ ਸੂਬਾ ਮੁਲਤਾਨ ਤੇ ਲਾਹੌਰ ਬਦਲੇ ਅਬਦਾਲੀ ਨੂੰ 5 ਲੱਖ ਸਾਲਾਨਾ ਜਿਹੜਾ ਹੈ ਉਹ ਇਵਜ਼ਾਨਾ ਦੇਣਾ ਮੰਨ ਲਿਆ। ਸ਼ਹਿਰ ਵਿੱਚੋਂ ਉਗਰਾਹੀ ਕਰਕੇ ਉਸ ਵੇਲੇ 5 ਲੱਖ ਨਗਦ, 11 ਘੋੜੇ ਤੇ 2 ਹਾਥੀ ਅਬਦਾਲੀ ਦੀ ਭੇਟਾ ਕੀਤੇ ਗਏ। ਅਬਦਾਲੀ ਨੇ ਇੱਕ ਅਹਿਮਦਨਾਮੇ ਰਾਹੀਂ ਸੂਬਾ ਮੁਲਤਾਨ ਤੇ ਲਾਹੌਰ ਆਪਣੇ ਰਾਜ ਨਾਲ ਮਿਲਾ ਲਏ। ਕਲੰਦਰ ਬੇਗ ਦੇ ਹੱਥ ਉਹ ਅਹਿਦਨਾਮਾ ਬਾਦਸ਼ਾਹ ਦੀ ਸਹੀ ਪਾਉਣ ਵਾਸਤੇ, ਸਾਈਨ ਕਰਾਉਣ ਵਾਸਤੇ ਦਿੱਲੀ ਭੇਜਿਆ ਗਿਆ। 23 ਅਪ੍ਰੈਲ ਨੂੰ ਬਾਦਸ਼ਾਹ ਦਿੱਲੀ ਨੇ ਅਹਿਦਨਾਮਾ ਜੋ ਐਗਰੀਮੈਂਟ ਸੀ ਉਸ ਨੂੰ ਐਕਸੈਪਟ ਕਰ ਲਿਆ ਤੇ ਸੂਬਾ ਮੁਲਤਾਨ ਤੇ ਲਾਹੌਰ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਹੱਕ ਮੰਨ ਲਿਆ। ਇਸ ਦਿਨ ਤੋਂ ਇਹ ਦੋਵੇਂ ਸੂਬੇ ਦਿੱਲੀ ਨਾਲੋਂ ਟੁੱਟ ਕੇ ਅਫਗਾਨਿਸਤਾਨ ਤੇ ਰਾਜ ਨਾਲ ਗੰਢੇ ਗਏ। ਇਹ ਵੀ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਨੋਟ ਕਰਨੀ ਚਾਹੀਦੀ ਹੈ। ਤੇ ਇਹ ਮੀਰ ਮਨੂ ਦੋਹਾਂ ਦਾ ਸੂਬੇਦਾਰ ਬਣਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਦਾ ਜਨਮ ਮੁਲਤਾਨ ਹੋਇਆ ਸੀ, ਇਸ ਵਾਸਤੇ ਉਹਨੂੰ ਮੁਲਤਾਨ ਨਾਲ ਖਾਸ ਲਗਾਓ ਸੀ। ਲਾਹੌਰ ਮੁਲਤਾਨ ਆਪਣੇ ਰਾਜ ਨਾਲ ਮਿਲਾ ਕੇ ਉਹ ਆਪਣੀ ਨਸਲ ਦੇ ਬਹੁਤ ਸਾਰੇ ਜਿਹੜੇ ਪਠਾਨ ਜ਼ਮੀਨ ਦੇ ਕੇ ਉਸਨੇ ਮੁਲਤਾਨ ਵਿੱਚ ਵਸਾ ਦਿੱਤੇ। ਇਸੇ ਸਮੇਂ ਅਬਦਾਲੀ ਨੇ ਆਪਣੇ ਜਰਨੈਲ ਅਬਦੁਲ ਖਾਨ ਨੂੰ ਭੇਜ ਕੇ ਕਸ਼ਮੀਰ ਫਤਿਹ ਕਰ ਲਿਆ ਤੇ ਆਪਣੇ ਰਾਜ ਨਾਲ ਮਿਲਾ ਕੇ ਉੱਥੇ ਦਾ ਸੂਬੇਦਾਰ ਦੀਵਾਨ ਸੁਖਜੀਵਨ ਮੱਲ ਨੂੰ ਬਣਾਇਆ। ਨਵੇਂ ਮੱਲੇ ਤਿੰਨਾਂ ਸੂਬਿਆਂ ਦਾ ਪ੍ਰਬੰਧ ਕਰਕੇ ਅਬਦਾਲੀ ਲਾਹੌਰੋਂ ਹੀ ਵਾਪਸ ਕੰਧਾਰ ਨੂੰ ਜਿਹੜਾ ਹੈ ਉਹ ਮੁੜ ਗਿਆ। ਤੋ ਇੱਥੇ ਦੇਖੇ ਕਿ ਆਪਾਂ ਨੋਟ ਕੀਤਾ ਹੈ ਕਿ ਕਿਸ ਤਰ੍ਹਾਂ ਅਬਦਾਲੀ ਜਿਹੜਾ ਹੈ ਮੀਰ ਮਨੂ ਨੂੰ ਹਰਾ ਵੀ ਦਿੰਦਾ ਹੈ, ਫਿਰ ਉਹਨੂੰ ਮੁੜ ਕੇ ਖੁਸ਼ ਹੋ ਕੇ ਉਹਨੂੰ ਉੱਥੇ ਆਪਣਾ ਸੂਬੇਦਾਰ ਵੀ ਬਣਾ ਕੇ ਰੱਖਦਾ ਹੈ। ਤੋ ਸਰਕਾਰ ਜਿਹੜਾ ਦਿੱਲੀ ਤੇ ਅਫਗਾਨਿਸਤਾਨ ਦੇ ਝਮੇਲਿਆਂ ਤੋਂ ਬੇਫਿਕਰ ਹੋ ਗਿਆ, ਕਿਉਂਕਿ ਪਹਿਲੀ ਸਰਕਾਰ ਨਾਲੋਂ ਉਹਦਾ ਵਾਸਤਾ ਟੁੱਟ ਗਿਆ ਤੇ ਦੂਜੀ ਦੀ ਉਸਨੇ ਈਨ ਮੰਨ ਲਈ। ਹੁਣ ਉਹਨੂੰ ਫਿਕਰ ਰਹਿ ਗਿਆ ਤਾਂ ਦੇਸ਼ ਦੇ ਅੰਦਰੂਨੀ ਅਮਨ ਦਾ ਉਹ ਆਪਣੇ ਇਰਾਦੇ ਅਨੁਸਾਰ ਇਸ ਕੰਮ ਤੇ ਲੱਕ ਬਣ ਕੇ ਲੱਗ ਗਿਆ। ਤੇ ਉਹ ਕੀ ਕੰਮ ਕਰਨਾ ਸੀ? ਮਨੂ ਤੇ ਸਿੱਖਾਂ ਦੇ ਮਿਲਾਪ ਦਾ ਵਸੀਲਾ ਕੇਵਲ ਕੌੜਾ ਮਾਲੀ ਸੀ। ਉਹ ਸ਼ਹੀਦ ਹੋ ਚੁੱਕਾ ਸੀ। ਹੁਣ ਤਾਂ ਮਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਟੋਟਲੀ ਖਤਮ ਕਰਨਾ ਚਾਹੁੰਦੇ ਸਨ। ਮਨੂ ਆਪਣੇ ਆਪ ਵੀ ਤਵਸਵੀ ਜਿਹੜਾ ਹੈ ਸੁਭਾਅ ਦਾ ਸੀ। ਇੱਕ ਕਮਲੀ ਦੂਜੀ ਮੜੀਆਂ ਦੇ ਰਾਹ ਪੈ ਗਈ ਵਾਲੇ ਅਖਾਨ ਜਿਹੜੀ ਹੈ ਉਹ ਫਿਰ ਸੁੱਖ ਕਿਵੇਂ ਉੱਥੇ ਸਾਬਤ ਹੋਇਆ। ਮਲਾਣਿਆਂ ਤੇ ਫੌਜਦਾਰਾਂ ਨੇ ਮਨੂ ਨੂੰ ਬਹੁਤ ਭੜਕਾਇਆ ਤੇ ਅਬਦਾਲੀ ਸਾਹਮਣੇ ਹਾਰ ਜਾਣ ਦਾ ਕਾਰਨ ਵੀ ਉਹਨਾਂ ਨੇ ਸਿੱਖਾਂ ਨੂੰ ਹੀ ਠਹਿਰਾਇਆ। ਉਹ ਕਹਿੰਦੇ ਕਿ ਜੇ ਸਿੱਖ ਦਿਲ ਢਾਹ ਕੇ ਲੜਦੇ ਤੇ ਲੜਾਈ ਦੇ ਅਦਵਾਟਿਓਂ ਹੀ ਸਾਡਾ ਸਾਥ ਛੱਡ ਕੇ ਨਾ ਚਲੇ ਜਾਂਦੇ ਤਾਂ ਅਸੀਂ ਜ਼ਰੂਰ ਜਿੱਤ ਜਾਂਦੇ। ਮਨੂ ਨੂੰ ਇਹਨਾਂ ਗੱਲਾਂ ਨੂੰ ਦਿਲ ਵਿੱਚ ਵਸਾ ਲਿਆ ਤੇ ਆਪਣੇ ਰਾਜ ਵਿੱਚ ਅਮਨ ਦਾ ਨਿਰਭਰ ਉਹਨਾਂ ਸਿੱਖਾਂ ਦੀ ਤਬਾਹੀ ਤੇ ਹੀ ਮਿਥ ਲਿਆ। ਉਸਨੇ ਸਿੱਖਾਂ ਦੀ ਜਾਗੀਰ ਜ਼ਬਤ ਕਰ ਲਈ ਤੇ ਹਰ ਕੇਸਾਧਾਰੀ ਦੇ ਕਤਲ ਦਾ ਹੁਕਮ ਦਿੱਤਾ। ਸਿੱਖਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨੀ ਆਰੰਭ ਕਰ ਦਿੱਤੀ। ਸਾਰੇ ਦੇਸ਼ ਵਿੱਚ ਫਿਰ ਰੌਲਾ ਪੈ ਗਿਆ, ਕਿਉਂਕਿ ਜੇ ਇਹ ਗਸ਼ਤੀ ਫੌਜਾਂ ਨੇ ਜਿਹੜਾ ਕਿਹਾ ਕਿ ਹਰ ਕੇਸਾਧਾਰੀ ਨੂੰ ਕਤਲ ਕਰ ਦਿਓ ਤੇ ਸਿੱਖ ਵੀ ਫਿਰ ਉਹਨੂੰ ਰਿਟੈਲੀਏਟ ਕਰਨ ਵਾਸਤੇ ਉਹਨਾਂ ਨੇ ਵੀ ਜਿਹੜਾ ਫੌਜੀ ਸਾਹਮਣੇ ਆਂਦਾ ਉਸ ਨੂੰ ਲੁੱਟਮਾਰ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ। ਪੁਰਾਣੇ ਸੂਬੇਦਾਰ ਨਾਲ ਮੀਰ ਮਨੂ ਬਲਵਾਨ ਤੇ ਸਖਤ ਸੁਭਾਅ ਦਾ ਸੀ। ਉਹਨੇ ਸਿੱਖਾਂ ਦੀ ਤਬਾਹੀ ਦੀ ਸਹੁੰ ਖਾ ਲਈ। ਸਿੱਖਾਂ ਤੇ ਉਹਨਾਂ ਦੇ ਬੱਚਿਆਂ ਤੇ ਇਸਤਰੀਆਂ ਦੇ ਕਤਲ ਦਾ ਹੁਕਮ ਦੇ ਕੇ ਉਹਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚੜਾ ਦਿੱਤੀ, ਜਿਸ ਦੇ ਅਫਸਰ ਮੋਮਨ ਖਾਂ, ਸੈਯਦ ਜਮੀਲਉਦੀਨ,
ਬਖਸ਼ੀ ਗਾਜ਼ੀ ਬੇਗ, ਖਵਾਜਾ ਮਿਰਜ਼ਾ ਆ ਥਾਪੇ ਗਏ। ਨਾਲ ਹੀ ਸਿੱਖਾਂ ਦਾ ਸਿਰ ਪੇਸ਼ ਕਰਨ ਵਾਲੇ ਨੂੰ, ਇਹ ਧਿਆਨ ਨਾਲ ਸੁਣਨਾ ਸਿੰਘ ਸਾਹਿਬ, ਇਹ ਸਾਡੇ ਨਾਲ ਹਮੇਸ਼ਾ ਹੀ ਵਰਤਾ ਰਿਹਾ ਹੈ ਕਿ ਸਾਡੇ ਸਿਰਾਂ ਦੇ ਮੁੱਲ ਪਏ ਹਨ, ਸਾਡਾ ਪੱਤਾ ਪੱਤਾ ਵੈਰੀ ਰਿਹਾ ਹੈ। ਤੇ ਇਹ ਜੋ ਸਟੇਟਮੈਂਟ ਹੈ ਉਹ ਸੁਣਨ ਵਾਲੀ ਹੈ ਕਿ ਸਿੱਖਾਂ ਦਾ ਸਿਰ ਪੇਸ਼ ਕਰਨ ਵਾਲੇ ਨੂੰ 10 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਸਨੇ ਆਪਣੇ ਇਲਾਕੇ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਨੂੰ ਵੀ ਬੜੇ ਸਖਤ ਹੁਕਮ ਭੇਜੇ ਕਿ ਜਿੱਥੇ ਕੋਈ ਸਿੱਖ ਜਾਂ ਸਿੱਖਾਂ ਦੇ ਬੱਚੇ ਤੇ ਇਸਤਰੀਆਂ ਮਿਲਣ, ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ। ਇਸ ਹੁਕਮ ਦੀ ਪਾਲਣਾ ਬੜੇ ਜ਼ੋਰ ਨਾਲ ਕੀਤੀ ਗਈ। ਸੈਂਕੜੇ ਸਿੰਘ ਫੜੇ ਹੋਏ ਰੋਜ਼ ਲਾਹੌਰ ਆਉਂਦੇ ਤੇ ਨਖਾਸ ਚੌਂਕ, ਸ਼ਹੀਦਗੰਜ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕੀਤੇ ਜਾਂਦੇ। ਇੱਕ ਵਾਰ ਉੱਥੇ ਸਿੰਘਾਂ ਦੇ ਸਿਰ ਇੰਨੇ ਇਕੱਠੇ ਹੋ ਗਏ ਕਿ ਉਹਨਾਂ ਦੇ ਮਨਾਰੇ ਪਿਰਾਮਿਡ ਤੱਕ ਬਣਾਏ ਗਏ, ਖੂਹ ਭਰੇ ਗਏ ਤੇ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਸਾਰ ਦਿੱਤੀਆਂ ਗਈਆਂ। ਕਿੰਨਾ ਜ਼ੁਲਮ ਹੈ! ਇਹ ਉਹ ਕੰਧਾਂ ਹਨ ਜਿਨ੍ਹਾਂ ਦੇ ਉੱਪਰ ਫਿਰ ਸਿੱਖ ਰਾਜ ਉਸਰਿਆ। ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੁਗਲੀਆਂ ਨਾਲ ਕੁੱਟ-ਕੁੱਟ ਕੇ ਮਾਰੇ ਗਏ। ਇਨਾਮ ਲੈਣ ਲਈ ਲਾਲਚੀ ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਇਨਾਮ ਲੈਂਦੇ। ਸਾਧ ਸੰਗਤ ਜੀ, ਇਹ ਵਾਕਿਆ ਜਦੋਂ ਅਸੀਂ ਸੁਣਨੇ ਆ ਇਤਿਹਾਸ ਦੇ ਵਿੱਚੋਂ, ਤੇ ਸਾਨੂੰ ਉਹ ਕਾਲਾ ਦੌਰ ਪੰਜਾਬ ਦਾ ਨਜ਼ਰ ਆ ਜਾਂਦਾ ਹੈ ਕਿ ਜਿਹੜੇ ਕੁਝ ਕੁਫੀਤੀਆਂ ਲਵਾਉਣ ਦੇ ਮਗਰੋਂ ਉਹਨਾਂ ਨੇ ਨੌਜਵਾਨਾਂ ਨੂੰ ਫੜ ਕੇ ਜਿਹੜਾ ਹੈ ਉਹ ਝੂਠੇ ਮੁਕਾਬਲੇ ਬਣਾ ਕਰਕੇ ਕਤਲ ਕੀਤੇ ਤੇ ਪਰਿਵਾਰਾਂ ਦੇ ਉੱਪਰ ਅਸਹਿ ਤੇ ਕਹਿ ਜਿਹੜੇ ਹਨ ਉਹ ਤਸੀਹੇ ਕੀਤੇ। ਤੇ ਕਿਸ ਤਰ੍ਹਾਂ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਸਨ ਉਹਨਾਂ ਨੇ ਕਿਸ ਤਰ੍ਹਾਂ ਬੀਬੀਆਂ ਨਾਲ ਵੀ ਜਿਹੜੀ ਹੈ ਉਹ ਬੇਪਤੀ ਕੀਤੀ ਤੇ ਉਹਨਾਂ ਨੂੰ ਵੀ ਤੰਗ ਕੀਤਾ। ਤੇ ਮੱਖਣ ਘੋਟਣੇ ਵਰਗੇ ਵੀ ਸਾਡੇ ਸਾਹਮਣੇ ਹਨ। ਉਹ ਜਲੰਧਰ ਦਾ ਜਿਹੜਾ ਐਸਐਸਪੀ ਸੀ ਉਹਦਾ ਵੀ ਸਾਰੇ ਕਾਰਨਾਮੇ ਅਸੀਂ ਜਾਣਦੇ ਹਾਂ। ਅਸੀਂ ਤੋਂ ਇਹ ਜਦੋਂ ਅਸੀਂ ਦੇਖਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਇਹ ਲੱਗਦਾ ਕਿ ਹਿਸਟਰੀ ਨੇ ਰਿਪੀਟ ਕੀਤਾ ਜਿਹੜਾ ਸਾਡੇ ਨਾਲ 84 ਦੇ ਵਿੱਚ ਜਿਹੜਾ ਹੋਇਆ। ਤੋਂ ਇਹ ਇੱਕ ਵਾਰ ਉੱਥੇ ਸਿੰਘਾਂ ਦੇ ਸਿਰ ਇੰਨੇ ਇਕੱਠੇ ਹੋ ਗਏ ਕਿ ਉਹਨਾਂ ਦੇ ਪਿਰਾਮਿਡ ਉਸਾਰੇ ਗਏ, ਖੂਹ ਭਰੇ ਗਏ ਤੇ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਸਾਰੀਆਂ ਗਈਆਂ। ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੁਗਲੀਆਂ ਨਾਲ ਕੁੱਟ ਕੇ ਮਾਰੇ ਗਏ। ਇਨਾਮ ਲੈਣ ਲਈ ਲਾਲਚੀ ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਇਨਾਮ ਲੈਂਦੇ ਰਹੇ ਕਿ ਇਹ ਨੌਜਵਾਨ ਬੱਚੇ ਹਨ, ਲੇਕਿਨ ਉਹ ਸਨ ਬੀਬੀਆਂ, ਮੁਟਿਆਰ ਬੀਬੀਆਂ ਸਨ। ਇਹਨਾਂ ਦਿਨਾਂ ਵਿੱਚ ਸਿੰਘਾਂ ਦਾ ਬੜਾ ਨੁਕਸਾਨ ਹੋਇਆ। ਜੰਗੀ ਸਿੰਘ ਕਈ ਥਾਈਂ ਗਸ਼ਤੀ ਫੌਜਾਂ ਨਾਲ ਦੋ ਹੱਥ ਕਰਦੇ ਤੇ ਜਦ ਵੈਰੀ ਦੀ ਗਿਣਤੀ ਵੱਧ ਜਾਂਦੀ ਤਾਂ ਝੱਲਾਂ ਵੀ ਜਾ ਵੜਦੇ। ਮੋਮਨ ਖਾਂ ਜੋਸ਼ ਵਿੱਚ ਆਇਆ, ਸਿੰਘਾਂ ਦੇ ਮਗਰ ਲੱਖੀ ਜੰਗਾਂ ਦੇ ਅੰਦਰ ਚਲਾ ਗਿਆ। ਸਿੰਘਾਂ ਨੇ ਸ਼ਿਕਾਰ ਹੱਥ ਆਇਆ ਵੇਖ ਕੇ ਚੁਫੋਰੇ ਹੱਲਾ ਬੋਲ ਦਿੱਤਾ। ਫੌਜ ਦਾ ਬੜਾ ਭਾਰੀ ਨੁਕਸਾਨ ਕਰਕੇ ਮੋਮਨ ਖਾਂ ਪਿੱਛੇ ਮੁੜਿਆ। ਅਜਿਹੀ ਘਟਨਾਵਾਂ ਕਈ ਥਾਈਂ ਹੋਈਆਂ। ਇਹਨਾਂ ਦਿਨਾਂ ਵਿੱਚ ਗਸ਼ਤੀ ਫੌਜ ਨੇ ਸੈਂਕੜੇ ਬੱਚੇ ਤੇ ਸਿੰਘਣੀਆਂ ਜਿਹੜੀਆਂ ਹਨ ਉਹ ਕੈਦ ਕਰਕੇ ਲਾਹੌਰ ਭੇਜੀਆਂ। ਨਖਾਸ ਚੌਂਕ ਤੇ ਉਹਨਾਂ ਨੂੰ ਅਨੇਕਾਂ ਅਸਹਿ ਤੇ ਕਹਿ ਕਸ਼ਟ ਦੇ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ। ਉਹਨਾਂ ਸਾਹਮਣੇ ਮੀਰ ਮਨੂੰ ਵੱਲੋਂ ਇੱਕੋ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ। ਇਸ ਤੋਂ ਇਨਕਾਰ ਕਰਨ ਉੱਤੇ ਉਹਨਾਂ ਨੂੰ ਸਖਤ ਗਰਮੀ ਵਿੱਚ ਤੰਗ ਭੋਰੇ ਅੰਦਰ ਕੈਦ ਰੱਖਿਆ ਗਿਆ। ਹਰ ਇੱਕ ਸਿੱਖਣੀ ਨੂੰ, ਸਾਧ ਸੰਗਤ ਜੀ, ਅੱਜ ਮੈਂ ਹੁਣ ਉਹ ਵਾਕਿਆ ਆਪ ਜੀ ਨਾਲ ਸਾਂਝਾ ਕਰਨ ਲੱਗਾ ਕਿ ਉਹ ਵਾਕਿਆ ਜਿਹੜਾ ਅਸੀਂ ਬੀਬੀਆਂ ਦੇ ਵਾਸਤੇ ਹੈ ਨਾ, ਕਿ ਮੀਰ ਮਨੂੰ ਦੇ ਵਕਤ ਜੋ ਬੀਬੀਆਂ ਕਹਿੰਦੀਆਂ ਸਨ ਕਿ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜੋ ਮਨੂੰ ਵੜਦਾ ਅਸੀਂ ਦੂਣ ਸਵਾਏ ਹੋਏ। ਤੇ ਮੀਰ ਮਨੂੰ ਦੇ ਜਿਹੜੇ ਇਹਨੇ ਕਹਿੰਦੇ ਕਿ ਜੇਲ੍ਹ ਦੇ ਵਿੱਚ ਸਵਾ ਮਨ ਪੀਸਣਾ ਪੀਸਿਆ ਤੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਾਏ। ਉਹਨਾਂ ਬੀਬੀਆਂ ਦੀ ਜਿਹੜੀ ਹੈ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤਾਂ ਇਹ ਜੋ ਵਾਕਿਆ ਮੈਂ ਸੁਣਾਉਣ ਲੱਗਾ ਹਾਂ, ਇਹ ਮੀਰ ਮਨੂੰ ਦਾ ਉਸ ਵੇਲੇ ਦਾ ਵਾਕਿਆ ਹੈ ਜਿਸ ਵੇਲੇ ਉਹਨੇ ਬੀਬੀਆਂ ਨੂੰ ਫੜ ਕੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰਕੇ 20 ਸੇਰ ਪੱਕੇ ਦਾਣੇ ਪੀਣ ਵਾਸਤੇ ਦਿੱਤੇ ਜਾਂਦੇ ਸਨ। ਜੋ ਨਾ ਪੀ ਸਕਦੀ ਉਹਦੀ ਛਾਤੀ ਉੱਤੇ 2 ਮਣ ਪੱਕੇ ਪੱਥਰ ਦਾ ਗੋਲਾ ਰੱਖਿਆ ਜਾਂਦਾ। ਮਤਲਬ ਬਿਆਨ ਕਰਨਾ ਵੀ ਇੰਨਾ ਮੁਸ਼ਕਲ ਹੋ ਰਿਹਾ। ਤੇ ਧੰਨ ਹੋ ਬੀਬੀਆਂ ਜਿਹੜੀਆਂ ਹਨ ਜਿਨ੍ਹਾਂ ਨੇ ਇਸ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਔਰ ਸਿੱਖੀ ਦੀ ਖਾਤਰ ਇਹ ਸਾਰਾ ਕੁਝ ਉਹਨਾਂ ਨੇ ਸਿਆ, ਲੇਕਿਨ ਇਹ ਨਹੀਂ ਮੰਨੀ। ਖਾਣ ਵਾਸਤੇ ਹਰ ਇੱਕ ਨੂੰ
ਜਵਾਂ ਦੇ ਆਟੇ ਦੀ, ਜਿਸ ਵਿੱਚ ਅੱਧਾ ਲੂਣ ਪਾਇਆ ਹੁੰਦਾ ਸੀ, ਅੱਧੀ ਰੋਟੀ ਤੇ ਇੱਕ ਪਿਆਲਾ ਪਾਣੀ 8 ਪੈਰਾਂ ਵਿੱਚ ਦਿੱਤਾ ਜਾਂਦਾ ਸੀ। ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ, ਪਰ ਸਿਦਕੀ ਮਾਵਾਂ ਭਾਣਾ ਸਮਝ ਕੇ ਚੱਲ ਰਹੀਆਂ ਸਨ। ਮੀਰ ਮਨੂ ਦੇ ਹੁਕਮ ਨਾਲ ਮਾਵਾਂ ਦੀਆਂ ਗੋਦੀਆਂ ਵਿੱਚ ਦੁੱਧ ਚੁੰਘਦੇ ਬਾਲ ਖੋ ਕੇ ਉਹਨਾਂ ਦੀ ਅੱਖਾਂ ਸਾਹਮਣੇ ਨੇਜੇ ਵਿੱਚ ਟੰਗ ਕੇ ਜਿਹੜੇ ਹਨ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਤੇ ਉਹ ਬੱਚੇ ਦੀ ਲਹੂ ਭਰੀ ਤੜਫਦੀ ਲੋਥ ਮਾਂ ਦੀ ਗੋਦ ਵਿੱਚ ਧਰ ਦਿੰਦੇ। ਫਿਰ ਵੀ ਉਹ ਸਿਦਕਣਾ ਧਰਮੋਂ ਨਾ ਹਾਰੀਆਂ ਤਾਂ ਬੱਚੇ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਦਿੱਤੇ ਗਏ, ਤੇ ਲਾਡਲਿਆਂ ਦੀਆਂ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲੇ ਵਿੱਚ ਪਾਏ ਗਏ। ਸਦਕੇ ਉਹਨੇ ਬੀਬੀਆਂ ਦੇ ਸਿਦਕ ਦੇ, ਜਿਨ੍ਹਾਂ ਇਹਨਾਂ ਕੁਝ ਝੱਲ ਕੇ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਦਿਨੋਂ ਦਿਨ ਇਹਨਾਂ ਕੈਦਰਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਜੰਗੀ ਸਿੱਖ ਤਾਂ ਲੜਦੇ ਭਿੜਦੇ ਮਨੂ ਦੇ ਇਲਾਕੇ ਵਿੱਚ ਦੂਰ ਨਿਕਲ ਗਏ ਸਨ, ਤੇ ਹੁਣ ਸਾਰਾ ਜ਼ੋਰ ਉਹਨਾਂ ਦੇ ਪਰਿਵਾਰਾਂ ਉੱਤੇ ਹੀ ਸੀ, ਫੜਨ ਉੱਤੇ ਸੀ, ਜਿਸ ਬਾਬਤ ਇਹ ਸ਼ੱਕ ਪੈ ਜਾਂਦਾ ਹੈ ਕਿ ਉਹ ਸਿੱਖ ਜਾਂ ਸਿੱਖਾਂ ਦਾ ਹਮਾਇਤੀ ਹੈ। ਉਹ ਫੜ ਲਿਆ ਜਾਂਦਾ ਹੈ। ਇੱਕ ਪਿੰਡ ਉੱਤੇ ਗਸ਼ਤੀ ਫੌਜ ਪੈਂਦੀ ਤਾਂ ਉਦਾਲੇ ਦੇ 10 ਪਿੰਡ ਵਿਹਲੇ ਹੋ ਜਾਂਦੇ। ਮਾਵਾਂ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ। ਸਿੱਖਾਂ ਦੀ ਜਿੰਨੀ ਕਤਲੇਆਮ ਮਨੂ ਦੇ ਅਹਿਦ ਵਿੱਚ ਹੋਈ, ਉਸ ਨੇ ਪਿਛਲੇ ਸਾਰੇ ਜ਼ੁਲਮ ਮਾਤ ਪਾ ਦਿੱਤੇ। ਉਸ ਸਮੇਂ ਸਿੱਖਾਂ ਵਿੱਚ ਰਵਾਇਤ ਪੈ ਗਈ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ-ਜਿਉਂ ਮਨੂ ਸਾਨੂੰ ਵੱਢਦਾ ਅਸੀਂ ਤਿਉਂ-ਤਿਉਂ ਦੂਣੇ ਹੋਏ। ਜਿਸ ਵੇਲੇ ਇਸ ਜ਼ੁਲਮ ਦੀਆਂ ਖਬਰਾਂ ਸਿੰਘਾਂ ਦੇ ਦੂਰ ਗਏ ਜਥਿਆਂ ਨੂੰ ਮਿਲੀਆਂ, ਉਹ ਮਰਨ ਦੀ ਧਾਰ ਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਰਦੀਆਂ ਵਿੱਚ ਫਿਰ ਪੰਜਾਬ ਨੂੰ ਪਰਤ ਆਏ। ਕਈ ਥਾਵਾਂ ਤੇ ਗਸ਼ਤੀ ਫੌਜਾਂ ਨਾਲ ਸਿੰਘਾਂ ਦੀਆਂ ਮੁੱਠਭੇੜਾਂ ਹੋਣ ਲੱਗ ਪਈਆਂ। ਇਹ ਖਬਰਾਂ ਸੁਣ ਕੇ ਮੀਰ ਮਨੂ ਗੁੱਸਾ ਖਾ ਕੇ ਆ ਚੜਿਆ। ਉਹਨੇ ਮੁੱਲਾਂਪੁਰ ਕੋਲ ਜਾ ਡੇਰਾ ਲਾਇਆ ਤੇ ਇਲਾਕੇ ਵਿੱਚ ਬੱਚੇ ਫੜ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਜ਼ੁਲਮ ਵਾਲੀ ਅੱਤ ਹੋ ਗਈ। ਕੁਦਰਤ ਦੇ ਇਸ ਕਹਿਰ ਨੂੰ ਵੇਖ ਕੇ ਕੁਦਰਤ ਵੀ ਕਹਿਰ ਵਿੱਚ ਆ ਗਈ, ਕ੍ਰੋਧ ਵਿੱਚ ਆ ਗਈ। 4 ਨਵੰਬਰ 1753 ਨੂੰ ਦਾ ਦਿਨ ਚੜ੍ਹਿਆ ਹੀ ਸੀ ਕਿ ਜਾ ਸੂਹੇ ਨੇ ਆ ਕੇ ਖਬਰ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਕੁਝ ਸਿੰਘ ਜਿਹੜੇ ਹਨ ਲੁਕੇ ਬੈਠੇ ਹਨ। ਮਨੂ ਨੇ ਉਸੇ ਵੇਲੇ ਘੋੜੇ ਤੇ ਚੜ੍ਹ ਕੇ ਆਪਣੀ ਫੌਜ ਨਾਲ ਜਾ ਕੇ ਕਮਾਦ ਨੂੰ ਘੇਰਾ ਪਾ ਲਿਆ। ਚੁਫੇਰਿਓ ਕਮਾਦ ਵਿੱਚ ਮੀਂਹ ਵਾਂਗ ਗੋਲੀ ਵੜਨ ਲੱਗੀ। ਅੰਦਰੋਂ ਸਿੰਘਾਂ ਨੇ ਵੀ ਇੱਕ ਵਾਰ ਵਾਲੀ ਝਾੜੀ। ਕਮਾਦ ਬੜਾ ਸੰਘਣਾ ਸੀ, ਇਸ ਵਾਸਤੇ ਨਾ ਤਾਂ ਬਾਹਰ ਦੀ ਗੋਲੀ ਅੰਦਰ ਤੇ ਨਾ ਸਿੰਘਾਂ ਦੀ ਗੋਲੀ ਬਾਹਰ ਕੋਈ ਅਸਰ ਕਰ ਪਾ ਰਹੀ ਸੀ। ਪਰ ਕਮਾਦ ਦੇ ਖੜਾਕ ਦਾ ਘੋੜਾ ਡਰ ਗਿਆ ਤੇ ਮੀਰ ਮਨੂ ਕਾਠੀ ਤੋਂ ਥੱਲੇ ਆ ਪਿਆ। ਉਸ ਦਾ ਇੱਕ ਪੈਰ ਰਕਾਬ ਵਿੱਚ ਅੜ ਗਿਆ ਤੇ ਭੱਜੇ ਜਾਂਦੇ ਘੋੜੇ ਦੇ ਮਗਰ ਰਗੜੀਂਦਾ ਹੋਇਆ ਉਹ ਜਿਹੜਾ ਹੈ ਰਗੜ ਕੇ ਉਹ ਮੀਰ ਮਨੂ ਮਰ ਗਿਆ। ਉਸ ਦੀ ਫੌਜ ਦੀ ਕਈ ਮਹੀਨਿਆਂ ਦੀ ਤਨਖਾਹ ਬਾਕੀ ਰਹਿੰਦੀ ਸੀ। ਸੋ ਫੌਜ ਨੇ ਲੋਥ ਤੇ ਕਬਜ਼ਾ ਕਰ ਲਿਆ ਤੇ ਤੀਜੇ ਦਿਨ ਪਿੱਛੋਂ ਮੀਰ ਮਨੂ ਦੀ ਬੇਗਮ ਮੁਰਾਦ ਬੇਗਮ, ਪ੍ਰਸਿੱਧ ਮੁਗਲਾਨੀ ਬੇਗਮ ਨੇ ਆਪਣੇ ਗਹਿਣੇ ਵੇਚ ਕੇ 3 ਲੱਖ ਰੁਪਇਆ ਤਨਖਾਹ ਵਜੋਂ ਦਿੱਤਾ ਤਾਂ ਮਨੂ ਦੀ ਲੋਥ ਲੈ ਕੇ ਲਾਹੌਰ ਮੀਆਂ ਮੀਰ ਖਾਨ ਬਹਾਦਰ ਦੀ ਕਬਰ ਕੋਲ ਦਫਨਾਈ। ਸਿੰਘਾਂ ਨੇ ਕੈਦਰਾਂ ਛੁਡਵਾਈਆਂ, ਉਹ ਜਿਹੜੀਆਂ ਬੀਬੀਆਂ ਕੈਦ ਵਿੱਚ ਸਨ। ਜਿਸ ਵੇਲੇ ਮਨੂ ਦੇ ਮਰਨ ਦੀ ਖਬਰ ਪਹੁੰਚੀ ਤਾਂ ਉਹਨਾਂ ਦਾ ਇੱਕ ਜਥਾ ਜੋ ਉਸ ਵੇਲੇ ਲਾਹੌਰ ਦੇ ਨੇੜੇ ਫਿਰ ਰਿਹਾ ਸੀ, ਰਾਤ ਧਾਵਾ ਕਰਕੇ ਸ਼ਹੀਦਗੰਜ ਆ ਪਿਆ। ਕੈਦਖਾਨੇ ਦੀ ਚੜ੍ਹਦੇ ਪਾਸੇ ਦੀ ਇੱਕ ਕੰਧ ਪਾੜ ਕੇ ਸਭ ਸਿੰਘਣੀਆਂ ਕੈਦ ਵਿੱਚੋਂ ਕੱਢ ਲਈਆਂ ਤੇ ਘਰੋਂ ਘਰੀ ਪਹੁੰਚਾ ਦਿੱਤੀਆਂ। ਅੱਗੋਂ ਆਪਾਂ ਗੱਲ ਕਰਾਂਗੇ ਕਿ ਇਹ ਅਗਲਾ ਜਿਹੜਾ ਹੈ ਸਾਡੇ ਕੋਲ 5ਵਾਂ ਜਿਹੜਾ ਹਿੱਸਾ ਹੈ, ਇਹਦੇ ਚੋਂ ਹੋਰ ਵੀ ਜਿਹੜੇ ਸਿੰਘਾਂ ਦੇ ਨਾਲ ਕਾਰਨਾਮੇ ਹਨ ਉਹ ਸ਼ੁਰੂ ਹੁੰਦੇ ਹਨ। ਤੋਂ ਮੈਂ ਉਸ ਨੂੰ ਅਗਲੀ ਵਾਰੀ ਆਪ ਜੀ ਨਾਲ ਸਾਂਝਾ ਕਰਾਂਗਾ। ਤੇ ਅੱਜ ਦਾ ਇਹ ਜੋ ਆਪ ਜੀ ਨਾਲ ਵਾਕਿਆ ਮੈਂ ਸਾਂਝਾ ਕੀਤਾ ਹੈ, ਇਹ ਬੜਾ ਹੀ ਭਿਆਨਕ ਮੰਜ਼ਰ ਸੀ, ਲੇਕਿਨ ਸਿੰਘਾਂ ਨੇ ਆਪਣੀ ਬਹਾਦਰੀ ਸਦਕਾ, ਬੀਬੀਆਂ ਨੇ ਆਪਣੇ ਸਿਦਕ ਸਦਕਾ ਇਸ ਔਖੇ ਦੌਰ ਦੇ ਵਿੱਚੋਂ ਵੀ ਜਿਹੜੀ ਹੈ ਬੜੇ ਬਖੂਬੀ ਆਪਣੀ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਜਿਹੜਾ ਹੈ ਉਹ ਇੱਥੋਂ ਜਿਹੜੇ ਹਨ ਆਪਣਾ ਸਿੱਖੀ ਸਿਦਕ ਨਿਭਾਈ ਹੈ। ਉਹ ਸਾਡੇ ਵਾਸਤੇ ਇੱਕ ਪੂਰਨੇ ਪਾਏ ਹਨ। ਤੋਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦਾ ਹਾਂ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ 2 ਹੱਥ ਜੋੜ ਕੇ ਆਪ ਪਾਸੋਂ ਖਿਮਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।